ਦੋਸਤੋ ਕਰੋਨਾ ਨੂੰ ਲੈ ਕੇ ਜਿੱਥੇ ਪੂਰਾ ਹਿੰਦੁਸਤਾਨ ਲਾਕਡਾਊਨ ਸੀਗਾ, ਕਰੋਨਾ ਦੀ ਲੜਾਈ ਦੇ ਨਿਰੰਤਰ ਲੜਦੇ ਫਿਰ ਸਰਕਾਰਾਂ ਨੇ ਇਹ ਡਿਸੀਜਨ ਲਿਆ ਕਿ ਅਸੀਂ ਪ੍ਰੀਕਾਸ਼ਨ ਨਾ ਫਿਰ ਦੁਨੀਆ ਨੂੰ ਉਸੇ ਤਰ੍ਹਾਂ ਉਤਾਰਾਂਗੇ ਰੋਡਾਂ ਤੇ ਜਿਸ ਤਰ੍ਹਾਂ ਦੁਨੀਆ ਪਹਿਲਾਂ ਚੱਲਦੀ ਸੀ, ਲੇਕਿਨ ਕੁਝ ਪ੍ਰੀਕਾਸ਼ਨ ਲੈ ਕੇ ਦੁਨੀਆ ਨੂੰ ਚੱਲਣ ਲਈ ਜੋ ਪ੍ਰੀਕਾਸ਼ਨ ਦਿੱਤੇ ਨੇ, ਚਾਹੇ ਉਹ ਸੈਲੂਨ ਦੀ ਦੁਕਾਨ ਹੋਵੇ, ਚਾਹੇ ਉਹ ਕਹਿੰਦੇ ਨੇ ਕਿ ਮੌਲ ਹੋਣ, ਕੁਝ ਵੀ ਚੀਜ਼ਾਂ ਹੋਣ। ਅਜੇ ਕੁਝ ਚੀਜ਼ਾਂ ਨੂੰ ਨਹੀਂ ਪ੍ਰੀਕਾਸ਼ਨ ਦਿੱਤੀ ਗਈ, ਕੁਝ ਚੀਜ਼ਾਂ ਨੂੰ ਪ੍ਰੀਕਾਸ਼ਨ ਦਿੱਤੀ ਗਈ ਹੈ। ਉਹ ਖੋਲ੍ਹਣ ਲਈ ਪ੍ਰੀਕਾਸ਼ਨ ਨੂੰ ਕਿਵੇਂ ਫਾਲੋ ਕਰਨਾ ਹੈ ਤੇ ਕਿਵੇਂ ਚੱਲਣਾ ਹੈ, ਇਸੇ ਸਭ ਚੀਜ਼ ਦਾ ਅਸੀਂ ਜਾਇਜ਼ਾ ਲੈਣ ਲਈ ਅੱਜ ਲੁਧਿਆਣਾ ਦੇ ਮਾਡਲ ਟਾਊਨ ਗ੍ਰੇਸ ਸੈਲੂਨ ਵਿੱਚ ਆਏ ਹਾਂ। ਅਸੀਂ ਚੈੱਕ ਕਰਾਂਗੇ ਕਿ ਕਿਸ ਪ੍ਰੀਕਾਸ਼ਨ ਦੇ ਨਾਲ ਇਹ ਆਪਣੇ ਸੈਲੂਨ ਨੂੰ ਚਲਾ ਰਹੇ ਨੇ ਤੇ ਕਿੰਨੇ ਕਸਟਮਰ ਆਉਂਦੇ ਨੇ ਤੇ ਕਸਟਮਰ ਨੂੰ ਕੀ ਅਵੇਅਰਨੈਸ ਹੈ। ਤੁਹਾਨੂੰ ਦਿਖਾਉਂਦੇ ਹਾਂ ਕਿ ਉੱਥੇ ਐਂਟਰੀ ਕਰਨ ਤੋਂ ਬਾਅਦ ਇੱਕ ਚੈਂਬਰ ਜਿਹਾ ਬਣਾਇਆ ਹੈ। ਉਸ ਚੈਂਬਰ ਤੋਂ ਪਹਿਲਾਂ ਤੁਹਾਨੂੰ ਗੁਜ਼ਰਨਾ ਪੈਂਦਾ ਹੈ, ਫਿਰ ਤੁਸੀਂ ਜਾ ਕੇ ਉਸ ਸੈਲੂਨ ਵਿੱਚ ਐਂਟਰ ਕਰਦੇ ਹੋ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਚੈਂਬਰ ਗੁਜ਼ਰਨ ਦੀ। ਆ ਦੇਖੋ ਜੀ, ਇੱਥੇ ਚੈਂਬਰ ਤੋਂ ਤੁਹਾਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ। ਸੈਨੀਟਾਈਜ਼ ਕਰਨ ਤੋਂ ਬਾਅਦ ਤੁਸੀਂ ਸੈਲੂਨ ਵਿੱਚ ਆਉਂਦੇ ਹੋ। ਫਿਰ ਸੈਲੂਨ ਵਿੱਚ ਆਉਣ ਤੋਂ ਬਾਅਦ ਜਿਵੇਂ ਵੀ ਐਂਟਰੀ ਹੁੰਦੀ ਹੈ, ਫਿਰ ਤੁਸੀਂ ਆਪਣੇ ਹੱਥ ਨੂੰ ਸੈਨੀਟਾਈਜ਼ ਕਰਦੇ ਹੋ। ਇੱਥੇ ਆਉਂਦੇ ਐਂਟਰੀ ਆਉਂਦੇ ਪਹਿਲੇ ਤੁਸੀਂ ਦੇਖਿਆ ਕਿ ਚੈਂਬਰ ਤੋਂ ਅਸੀਂ ਬਾਹਰ ਆਏ ਹਾਂ, ਫਿਰ ਇੱਥੇ ਹੱਥ ਨੂੰ ਸੈਨੀਟਾਈਜ਼ ਕੀਤਾ। ਸੈਨੀਟਾਈਜ਼ ਕਰਨ ਤੋਂ ਬਾਅਦ ਸਾਨੂੰ ਪੂਰੀ ਤਰ੍ਹਾਂ ਇੱਥੇ ਸੈਨੀਟਾਈਜ਼ ਕੀਤਾ ਜਾਊਗਾ। ਮਤਲਬ ਜੋ ਪ੍ਰੀਕਾਸ਼ਨ ਦੱਸੇ ਗਏ ਨੇ ਸਰਕਾਰ ਸਿਸਟਮ ਲੋਕਾਂ ਤੋਂ, ਉਹ ਪੂਰੇ ਇੱਥੇ ਲੈ ਗਏ ਨੇ। ਅੱਗੇ ਹੋਰ ਚੱਲ ਕੇ ਦੇਖਦੇ ਹਾਂ ਕਿ ਹੁਣ ਟੈਂਪਰੇਚਰ ਵੀ ਤੁਹਾਡਾ ਇੱਥੇ ਚੈੱਕ ਕੀਤਾ ਜਾਊਗਾ। ਜੋ ਇਹ ਕਸਟਮਰ ਕੋਈ ਵੀ ਜਦੋਂ ਬਾਹਰੋਂ ਆਉਂਦਾ ਹੈ ਅੰਦਰ, ਤੇ ਸਭ ਤੋਂ ਪਹਿਲਾਂ ਮੈਂ ਕਿਹਾ ਚੈਂਬਰ ਤੋਂ ਐਂਟਰੀ ਤੋਂ ਬਾਅਦ ਤੁਸੀਂ ਧੀਰੇ ਅੰਦਰ ਆਓਗੇ, ਤੁਹਾਨੂੰ ਹੈਂਡ ਵਾਸ਼ ਕੀਤਾ ਜਾਊਗਾ। ਤੁਹਾਡੀ ਬੋਡੀ ਪਹਿਲੇ ਹੀ ਉੱਥੋਂ ਵਾਸ਼ ਹੋ ਚੁੱਕੀ ਹੈ। ਫਿਰ ਤੁਹਾਡਾ ਇੱਥੇ ਟੈਂਪਰੇਚਰ ਚੈੱਕ ਕਰਕੇ ਲਿਖਿਆ ਜਾਊਗਾ। ਫਿਰ ਇੱਥੇ ਨਾਮ, ਐਡਰੈਸ, ਸਾਰੀ ਚੀਜ਼ਾਂ ਲਿਖੀਆਂ ਜਾਣਗੀਆਂ ਕਿ ਜਿਹੜਾ ਕਸਟਮਰ ਆਇਆ ਕਿੱਥੋਂ ਆਇਆ ਹੈ ਤੇ ਕਿੱਥੇ ਧੀਰੇ ਉਹ ਕੰਮ ਕਰਾ ਕੇ ਜਦੋਂ ਜਾਊਗਾ। ਇਨ ਕੇਸ ਕੋਈ ਰੱਬ ਨਾ ਕਰੇ ਪ੍ਰੋਬਲਮ ਆਉਂਦੀ ਹੈ ਤੇ ਉਹਨਾਂ ਦਾ ਡਾਟਾ ਇਹਨਾਂ ਕੋਲ ਆਉਂਦਾ। ਜਦੋਂ ਅਸੀਂ ਸੈਲੂਨ ਦੇ ਅੰਦਰ ਆਉਂਦੇ ਹਾਂ ਤੇ ਸਾਨੂੰ ਇਸ ਤਰ੍ਹਾਂ ਦਾ ਪਿਕਚਰ ਇੱਕ ਦਿਸਦੀ ਹੈ, ਕਿਉਂਕਿ ਪ੍ਰੀਕਾਸ਼ਨ ਸਰਕਾਰਾਂ ਨੇ ਕਿਹਾ ਕਿ ਲੈ ਕੇ ਤੁਸੀਂ ਕੰਮ ਕਰ ਸਕਦੇ ਹੋ। ਆਹ ਦੇਖੋ ਜੀ, ਇੱਥੇ 2 ਚੇਅਰਸ ਲੱਗੀਆਂ ਹੋਈਆਂ ਨੇ। ਇੱਕ ਜੋ ਗੈਪ ਮੇਨਟੇਨ ਹੈ ਉਹ ਪੂਰਾ ਕੀਤਾ ਗਿਆ ਹੈ ਤੇ ਜੋ ਕੰਮ ਕਰ ਰਹੇ ਨੇ ਇੰਪਲਾਈਜ਼ ਆਪਣੇ ਹਿਸਾਬ ਨਾਲ ਪੂਰਾ ਕੰਮ ਕਰ ਰਹੇ ਨੇ। ਪ੍ਰੀਕਾਸ਼ਨ ਦੇ ਅਕੋਰਡਿੰਗ ਸਾਰਾ ਕੰਮ ਹੋ ਰਿਹਾ ਹੈ, ਪੂਰਾ ਗੈਪ ਮੇਨਟੇਨ ਕੀਤਾ ਗਿਆ ਹੈ। ਔਰ ਜੋ ਸਿਸਟਮ ਸਰਕਾਰਾਂ ਨੇ ਇੱਕ ਕਹਿੰਦੇ ਨੇ ਕਿ ਸਾਨੂੰ ਦੱਸਿਆ ਹੈ ਕਿ ਆਪਾਂ ਇਸ ਤਰ੍ਹਾਂ ਕੰਮ ਕਰਨਾ ਹੈ। ਬਿਲਕੁਲ ਤੁਸੀਂ ਦੇਖੋ ਗਲਵਸ ਪਾਏ ਹੋਏ ਨੇ। ਜਿੰਨੇ ਵੀ ਲੋਕ ਨੇ, ਕਸਟਮਰ ਨਾਲ ਇੰਟਰੈਕਸ਼ਨ ਹੋ ਰਹੀ ਹੈ, ਕਸਟਮਰ ਦਾ ਨਾਮ, ਪਤਾ, ਐਡਰੈਸ, ਤੇ ਜੋ ਇੱਕ ਇੱਥੇ ਸਿਸਟਮ ਬਣਾਇਆ ਗਿਆ ਹੈ ਉਸ ਢੰਗ ਨਾਲ ਬਣਾਇਆ ਗਿਆ ਹੈ ਕਿ ਗੈਪ ਰਾਈ। ਹਾਲਾਂਕਿ ਆ 3 ਕੁਰਸੀਆਂ ਦਾ ਸਪੇਸ ਸੀਗਾ, ਇੱਕ ਵਿਚਲੀ ਚੇਅਰ ਦੇਖੋ ਇੱਥੋਂ ਹਟਾਈ ਗਈ ਹੈ ਤੇ ਉਹ ਸਪੇਸ ਵਧਾਇਆ ਗਿਆ। ਉਹ ਸਿਰਫ ਇਸ ਕਰਕੇ ਕਿ ਜੋ ਪ੍ਰੀਕਾਸ਼ਨ ਸਰਕਾਰਾਂ ਨੇ ਦੱਸੀਆਂ ਨੇ ਸਾਨੂੰ, ਜੋ ਨਿਯਮ ਸਾਡੇ ਸਿਸਟਮ ਨੇ ਦੱਸਿਆ, ਉਸ ਨਿਯਮ ਨੂੰ ਫੋਲੋ ਕਰਨਾ ਹੈ। ਕਿਉਂਕਿ ਕੰਮਕਾਰ ਨਿਰੰਤਰ ਹੁਣ ਚੱਲੇ ਨੇ, ਕਿਉਂਕਿ ਇਕਨੋਮਿਕ ਕੰਡੀਸ਼ਨਾਂ ਨਾਲ ਸਾਡੀ ਸਰਕਾਰਾਂ, ਸਾਡੇ ਸਿਸਟਮ ਇੰਨਾ ਥੱਲੇ ਜਾ ਚੁੱਕਾ ਹੈ ਇਸ ਲਾਕਡਾਊਨ ਦੇ ਦੌਰਾਨ। ਤੇ ਉਸ ਚੀਜ਼ ਨੂੰ ਵਧਾਉਣ ਲਈ ਧੀਰੇ ਅਸੀਂ ਜਿਹੜੇ ਇੱਥੇ ਦੇ ਮੇਨ ਓਨਰ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਪ੍ਰੀਕਾਸ਼ਨ ਉਹਨਾਂ ਨੇ। ਸਰ ਕੀ ਨਾਮ ਹੈ? ਮੇਰਾ ਨਾਮ ਯੁਵਰਾਜ ਆਲੂਵਾਲੀਆ ਹੈ ਤੇ ਹਾਂਜੀ। ਕਿਸ ਤਰ੍ਹਾਂ ਅੱਜ ਤੁਸੀਂ ਕਿੰਨੇ ਦਿਨਾਂ ਬਾਅਦ, ਪਹਿਲੇ ਦੱਸੋ, ਇਹ ਖੋਲ੍ਹਿਆ? ਅੱਜ ਤਕਰੀਬਨ 2 ਮਹੀਨੇ ਬਾਅਦ ਅਸੀਂ ਆਪਣਾ ਸੈਲੂਨ ਓਪਨ ਕੀਤੇ ਹੈ ਤੇ ਅਸੀਂ ਪੂਰੀ ਸੇਫਟੀ ਨਾਲ, ਕਲਾਇੰਟ ਦੀ ਸੇਫਟੀ, EMPLOYEES ਦੀ ਸੇਫਟੀ, ਸਾਰਿਆਂ ਦੀ ਸੇਫਟੀ ਧਿਆਨ 'ਚ ਰੱਖਦੇ ਹੋਏ ਆਪਣੇ ਸੈਲੂਨ ਨੂੰ ਰੀਓਪਨ ਕੀਤਾ ਹੈ। ਕੀ ਸਮਝਦੇ ਹੋ ਜੋ ਇਹ ਤਾਂ ਕੰਮ ਹੈ, ਇਸ ਕੰਮ 'ਚ 2 ਕਹਿੰਦੇ ਨੇ ਕਿ ਬੋਡੀਆਂ ਬਿਲਕੁਲ ਕਲੋਜ਼ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਨੇ ਕੰਮ ਕਰਨਾ ਹੈ। ਬਾਕੀ ਦੁਕਾਨਾਂ ਵਿੱਚ ਤਾਂ ਸਮਾਨ ਦਿੱਤਾ ਚਲੇ ਗਏ। ਕਿਸ ਤਰ੍ਹਾਂ ਮੈਨੇਜ ਕਰ ਰਹੇ ਨੇ ਸਭ ਚੀਜ਼ਾਂ ਨੂੰ ਕਿ ਪ੍ਰੀਕਾਸ਼ਨ ਪੂਰਾ ਬਣਿਆ ਰਹੇ? ਨਹੀਂ, ਬਿਲਕੁਲ ਇਹ ਜਿਹੜਾ ਪ੍ਰੋਫੈਸ਼ਨ ਹੈ ਇਹ ਕੰਟੈਕਟ ਦੇ ਨਾਲ ਹੀ ਚੱਲਦਾ ਹੈ। ਅਸੀਂ ਨਿਊ ਟੈਕਨੀਕਸ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਅਸੀਂ ਮਿਨੀਮਲ ਕੰਟੈਕਟ ਰੱਖੀਏ ਕਿ ਕਲਾਇੰਟ ਦੇ ਜ਼ਿਆਦਾ ਟੱਚ ਵਿੱਚ ਨਾ ਆਈਏ। ਜਿੰਨਾ ਜ਼ਰੂਰਤ ਹੈ ਉਨਾ ਕਰੀਏ ਤੇ ਉਹ ਵੀ ਸੇਫਟੀ ਨਾਲ ਕਰੀਏ। ਜਿਵੇਂ ਛੋਟੀ ਜਿਹੀ ਚੀਜ਼ ਹੈ, ਥਰੈਡਿੰਗ ਹੈ ਜਿਵੇਂ, ਤੇ ਉਹਦੇ ਨਾਲ ਅਸੀਂ ਦੇਖਿਆ ਕਿ ਮਾਊਥ ਦਾ ਇਸਤੇਮਾਲ ਹੁੰਦਾ ਸੀ, ਮੂੰਹ ਵਿੱਚ ਥਰੈਡ ਪਾ ਕੇ ਕਰਦੇ ਸੀ। ਲੇਕਿਨ ਹੁਣ ਅਸੀਂ ਨਵੀਂ ਟੈਕਨੀਕ ਲੈ ਕੇ ਆਏ ਹਾਂ ਕਿ ਆਪਣਾ ਜਿਹੜਾ EMPLOYEE ਹੈ ਉਹ ਮਾਸਕ ਪਾ ਕੇ ਰੱਖੇਗਾ ਤੇ ਉਹਦੇ ਨਾਲ ਥਰੈਡਿੰਗ ਹੋ ਜਾਏਗੀ। ਜਿਹੜੇ ਫੇਸ਼ੀਅਲਸ ਆ ਰਹੇ ਹੈ ਉਹ ਕੰਟੈਕਟਲੈਸ ਫੇਸ਼ੀਅਲਸ ਆ ਰਹੇ ਹੈ, ਮਸ਼ੀਨ ਦੇ ਨਾਲ ਕੀਤੇ ਜਾ ਰਹੇ ਹੈ, ਹੱਥ ਦਾ ਘੱਟ ਇਸਤੇਮਾਲ ਕਰਕੇ। ਕਸਟਮਰ ਹਜੇ ਸੋਚ ਰਿਹਾ ਹੈ ਕਿ ਮਤਲਬ ਜੋ ਪਿਕਚਰ ਬਣੀ ਹੋਈ ਹੈ ਪਿਛਲੇ 2 ਮਹੀਨਿਆਂ ਤੋਂ ਕਿ ਕਰੋਨਾ ਐਵੇਂ ਦੀ ਚੀਜ਼ ਹੈ ਕਿ ਕਿਸੇ ਨਾਲ ਟੱਚ ਕਰੋਗੇ ਜਾਂ ਕੀ ਹੋਊਗਾ, ਕਸਟਮਰ ਨੂੰ ਕਿਵੇਂ ਸੈਟੀਸਫਾਈਡ ਕਰ ਰਹੇ ਹੋ ਤੁਸੀਂ ਕਿ ਕਸਟਮਰ ਆਊ ਤੇ ਆਪਣਾ ਕੰਮ ਵੀ ਕਰਾ ਕੇ ਜਾਵੇ ਤੇ ਉਹ ਪੂਰਾ ਸਿਕਿਉਰ ਰਹੇ?
ਨਹੀਂ ਬਿਲਕੁਲ ਇਨਫੈਕਟ ਕਸਟਮਰਸ ਦੀ ਵੀ ਲੋੜ ਵੀ ਹੈ ਕਿ ਇਸ ਟਾਈਮ ਤੇ ਥੋੜਾ ਪ੍ਰੀਕਾਸ਼ਨ ਤੇ ਜ਼ਰੂਰ ਰੱਖਣ, ਪਰ ਉਹ ਜਗ੍ਹਾ ਪ੍ਰੈਫਰ ਕਰਨ ਕਿ ਜਿੱਥੇ ਸੇਫਟੀ ਦਾ ਮੈਜਰ ਕੀਤੇ ਜਾ ਰਹੇ ਨੇ। ਜਿਵੇਂ ਅਸੀਂ ਅੱਜ ਤੁਸੀਂ ਵੀਡੀਓ ਦੇ ਰਾਹੀਂ ਦਿਖਾਇਆ ਹੈ ਕਿ ਕਿਸ ਤਰ੍ਹਾਂ ਅਸੀਂ ਪੂਰੇ ਮੈਜਰਸ ਲਿੱਤੇ ਨੇ, ਤੇ ਜੇ ਇਹ ਮੈਜਰਸ ਪੂਰੇ ਲਿੱਤੇ ਜਾਣਗੇ ਤਾਂ ਬਿਲਕੁਲ ਡਰਨ ਦੀ ਲੋੜ ਨਹੀਂ। ਕੋਈ ਵਾਸ਼ ਵਗੈਰਾ ਵੀ ਕਰਦੇ ਹੋ ਤੁਸੀਂ ਪੂਰੇ, ਜੋ ਤੁਹਾਡਾ ਇਹ ਆਪਣਾ ਹੈਗਾ ਹੈ ਜਿੰਨਾ ਵੀ ਤੁਹਾਡਾ ਹੈ, ਕੋਈ ਵਾਸ਼ਿੰਗ ਵਗੈਰਾ ਹੈ, ਕੋਈ ਐਵੇਂ ਦੀ ਚੀਜ਼ ਜਿਹੜਾ ਟਾਈਮ ਤੋਂ ਤੁਹਾਡੇ ਸਾਰਾ ਕੁਝ? ਬਿਲਕੁਲ ਹਰ 2 ਤੋਂ 3 ਘੰਟੇ ਬਾਅਦ ਜਾਂ ਫਿਰ ਜਦੋਂ ਕਲਾਇੰਟ ਕੋਈ ਚੀਜ਼ ਦਾ ਯੂਜ਼ ਕਰਦਾ ਹੈ ਉਸ ਤੋਂ ਬਾਅਦ ਪੂਰਾ ਦਾ ਪੂਰਾ ਫੌਗ ਨਾਲ ਡਿਸਇਨਫੈਕਟ ਕੀਤਾ ਜਾਂਦਾ ਹੈ। ਡਿਸਇਨਫੈਕਟੈਂਟ ਲਿਕੁਇਡਸ ਨੇ ਜਿਨ੍ਹਾਂ ਨਾਲ ਇਹਨੂੰ ਸਾਰਾ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਜਿੰਨੇ ਥੋੜੇ ਜਰਮਸ ਜਾਂ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਹੋਏ ਉਹ ਕਿਲ ਹੋ ਜਾਏ ਉਸੇ ਟਾਈਮ। ਕਹਿਣ ਦਾ ਮਤਲਬ ਹੈ ਕਿ ਤੁਸੀਂ 2-3 ਘੰਟੇ ਦੇ ਅੰਤਰਾਲ ਵਿੱਚ ਜ਼ਰੂਰ ਇਸ ਚੀਜ਼ ਨੂੰ ਫੋਕ ਕਰਦੇ ਹੋ ਕਿ ਸਾਰਾ ਕਲੀਅਰ ਹੋਵੇ, ਕੋਈ ਜੈਮਸ ਵਗੈਰਾ ਇਦਾਂ ਦੀ ਕੋਈ ਪ੍ਰੋਬਲਮ ਨਾ ਆਵੇ। ਅੱਛਾ, ਜਿਹੜੇ ਤੁਹਾਡੇ EMPLOYEES ਨੇ ਉਹਨਾਂ ਦੀ ਕੋਈ ਖਾਸ ਤੁਸੀਂ ਧਿਆਨ ਦੇ ਰਹੇ ਹੋ ਜਾਂ ਗਾਈਡਲਾਈਨਸ ਦੇ ਰਹੇ ਹੋ EMPLOYEES ਨੂੰ ਕਿ ਤੁਸੀਂ ਜਿਹੜੇ ਤੁਹਾਡੇ ਨਾਲ ਕੰਮ ਕਰ ਰਹੇ ਨੇ ਜੁੜ ਕੇ ਕਿਵੇਂ? ਬਿਲਕੁਲ ਸੈਲੂਨ ਖੋਲ੍ਹਣ ਤੋਂ ਪਹਿਲਾਂ ਸਾਰੇ EMPLOYEES ਦਾ ਚੈੱਕ ਕੀਤਾ ਗਿਆ ਹੈ ਕਿ ਕੋਈ ਆਪਣੇ ਉਹਨਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਕਿ ਆਪਣੇ ਜਿੰਨੀ ਜ਼ਰੂਰਤ ਹੈ ਉੱਥੇ ਹੀ ਜਾਣ, ਬਾਹਰ ਬਿਨਾਂ ਕਿਸੇ ਗੱਲ ਦੇ ਨਾ ਨਿਕਲਣ। ਤੇ ਉਹਨਾਂ ਦੇ ਹਰ ਰੋਜ਼ ਵੀ ਸਵੇਰੇ ਟੈਂਪਰੇਚਰ ਚੈੱਕ ਹੁੰਦੇ ਆ ਤੇ ਨਾਲ ਉਹਨਾਂ ਨੂੰ ਸਾਰੇ ਸੇਫਟੀ ਇਕਵਿਪਮੈਂਟਸ ਦਿੱਤੇ ਗਏ ਹੈ, ਫੇਸ ਗਾਰਡਸ, ਫੇਸ ਮਾਸਕ, ਹੈਡ ਗੇਅਰ, ਸਭ ਕੁਝ ਦਿੱਤਾ ਗਿਆ ਤਾਂ ਕਿ ਉਹ ਆਪਣੇ ਆਪ ਨੂੰ ਵੀ ਸਿਕਿਉਰ ਰੱਖਣ ਤੇ ਅੱਗੇ ਕਲਾਇੰਟਸ ਨੂੰ ਵੀ ਸਿਕਿਉਰਿਟੀ ਨਾਲ ਕੰਮ ਦੇਣ। ਕਸਟਮਰ ਦਾ ਡਾਟਾ ਵੀ ਰੱਖਦੇ ਹੋ? ਕੋਈ ਜਿਹੜਾ ਕਸਟਮਰ ਆਉਂਦਾ ਹੈ ਤੁਸੀਂ ਉਹਨਾਂ ਦਾ ਡਾਟਾ ਵੀ ਲੈ ਲੈਂਦੇ ਹੋ ਕਿ ਇਨ ਕੇਸ ਕੱਲ੍ਹ ਨੂੰ ਕੋਈ ਪ੍ਰੋਬਲਮ ਅਗਰ ਮੇਜਰ ਆਏ ਤਾਂ ਤੁਹਾਨੂੰ ਪਤਾ ਹੋਵੇ ਸਭ ਕੁਝ? ਬਿਲਕੁਲ ਅਸੀਂ ਪੂਰਾ ਡਾਟਾ ਮੇਨਟੇਨ ਕੀਤਾ ਹੈ। ਕਲਾਇੰਟ ਜਦੋਂ ਐਂਟਰ ਕਰਦਾ ਉਹਨਾਂ ਦਾ ਵੀ ਟੈਂਪਰੇਚਰ, ਫੋਨ ਨੰਬਰ, ਐਡਰੈਸਿਸ, ਕੋਈ ਪ੍ਰੀਵੀਅਸ ਵਿਜ਼ਿਟ ਕਿਤੇ ਬਾਹਰ ਗਏ ਹੋਣ, ਤੇ ਇਹ ਸਾਰੀਆਂ ਚੀਜ਼ਾਂ ਨੋਟ ਆਪਣੇ ਡਾਟਾ 'ਚ ਰੱਖਿਆ ਜਾਂਦੀਆਂ ਤਾਂ ਕਿ ਕੱਲ੍ਹ ਨੂੰ ਜੇ ਰੱਬ ਨਾ ਕਰੇ ਕੁਝ ਹੋਏ ਤੇ ਡਾਟਾ ਟਰੈਕ ਹੋ ਸਕੇ। ਸਰਕਾਰ ਦੁਆਰਾ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨੂੰ ਫੋਲੋ ਕਰ ਰਹੇ ਹੋ? ਪੂਰਾ ਹੋ ਰਹੀਆਂ ਨੇ? ਬਿਲਕੁਲ ਜੀ, ਪੂਰੀਆਂ ਹੋ ਰਹੀਆਂ। ਇਨਫੈਕਟ ਹੈਲਥ ਡਿਪਾਰਟਮੈਂਟ ਤੇ ਸਾਡੇ ਪੁਲਿਸ ਆਫੀਸਰਸ ਵੀ ਆ ਕੇ ਚੈੱਕ ਕਰ ਗਏ ਨੇ ਤੇ ਉਹਨਾਂ ਨੇ ਸਾਨੂੰ ਗ੍ਰੀਨ ਸਿਗਨਲ ਦਿੱਤਾ ਹੈ ਕਿ ਬਹੁਤ ਅੱਛਾ ਅਸੀਂ ਇਸ ਨੂੰ ਮੇਨਟੇਨ ਕੀਤਾ ਸੇਫਟੀ ਨੂੰ। ਪੂਰਾ ਮਾੜਾ ਮੋਟਾ ਸਾਨੂੰ ਹੋਰ ਜਗ੍ਹਾ ਦਿਖਾਉਂਗੇ, ਆਪਾਂ ਚੈੱਕ ਕਰ ਲਈਏ? ਜ਼ਰੂਰ, ਬਿਲਕੁਲ। ਲੇਕਿਨ ਨਹੀਂ, ਜਦੋਂ ਆਪਾਂ ਬੋਡੀ ਪਰਸਨੈਲਿਟੀ ਆਪਣੀ ਅੱਛੀ ਹੋਊਗੀ, ਸੁੰਦਰ ਹੋਊਗੀ, ਐਜ਼ ਅ ਲੁਕਿੰਗ ਹੋਊਗੀ, ਕਿ ਕਹਿੰਦੇ ਨੇ ਪਹਿਲਾ ਇੰਪ੍ਰੈਸ਼ਨ ਬੰਦੇ ਦੀ ਪਰਸਨੈਲਿਟੀ ਨਾਲ ਪੈਂਦਾ। ਬੰਦਾ ਜਦੋਂ ਵੀ ਕਿਤੇ ਨਾਲ ਮਿਲਦਾ ਸਭ ਤੋਂ ਪਹਿਲਾਂ ਉਹਦੀ ਪਰਸਨੈਲਿਟੀ ਦੇਖਦਾ ਕਿ ਉਹ ਕਿਵੇਂ ਦਾ ਬੰਦਾ ਹੈ, ਫਿਰ ਉਸ ਤੋਂ ਬਾਅਦ ਉਹਦੇ ਨਾਲ ਗੱਲ ਸ਼ੁਰੂ ਹੁੰਦੀ ਹੈ। ਤਾਂ ਉਸੇ ਕਰਕੇ ਜਦੋਂ ਤੁਹਾਡਾ ਕੌਨਫੀਡੈਂਸ ਬਿਲਡਅਪ ਹੋਊਗਾ, ਬਿਲਡਅਪ ਉਦੋਂ ਹੀ ਹੋਊਗਾ ਜਦੋਂ ਤੁਸੀਂ ਥੋੜ੍ਹਾ ਜਿਹੇ ਆਪਣੇ ਫੇਸ ਨੂੰ ਸਮਾਰਟ ਦਿਸੋਗੇ, ਅੱਛੇ ਦਿਸੋਗੇ। ਤੇ ਕਿਤੇ ਨਾ ਕਿਤੇ ਇੱਕ ਬਹੁਤ ਅਹਿਮ ਰੋਲ ਐਵੇਂ ਦੀ ਚੀਜ਼ਾਂ
ਅਪਣਾਉਂਦੀਆਂ ਨੇ, ਲੇਕਿਨ ਅਸੀਂ ਸੋਚਦੇ ਨਹੀਂ ਆ। ਇਸ ਕਰਕੇ ਨਹੀਂ ਸੋਚਦੇ ਆ, ਅਸੀਂ ਬਿਜ਼ੀ ਆ, ਅਸੀਂ ਬਹੁਤ ਜ਼ਿਆਦਾ ਬਿਜ਼ੀ ਆ, ਅਸੀਂ ਕੰਮਾਂ ਕਾਰਾਂ 'ਚ ਬਿਜ਼ੀ ਆ, ਅਸੀਂ ਲੜਾਈਆਂ 'ਚ ਬਿਜ਼ੀ ਆ, ਅਸੀਂ ਦ੍ਰਿਸ਼ਟੀਕੋਣ ਕੋਈ ਵੀ ਦੇਖ ਲਓ, ਅਸੀਂ ਬਹੁਤ ਬਿਜ਼ੀ ਆ। ਲੇਕਿਨ ਇੱਕ ਅਹਿਮ ਪਾਰਟ ਹੈ ਇਸ ਚੀਜ਼ ਨੂੰ, ਤੁਸੀਂ ਸਾਫ਼ ਸੁਥਰੇ ਰਹੋ। ਸਾਡੇ ਵੇਦਾਂ ਪੁਰਾਣਾਂ ਵਿੱਚ ਵੀ ਇਹੀ ਲਿਖਿਆ ਹੈ ਕਿ ਘਰ ਨੂੰ ਸਾਫ਼ ਰੱਖੋ। ਵਾਸਤੂ ਦੇ ਹਿਸਾਬ ਨਾਲ ਘਰ ਬਣੇ ਨੇ, ਇੱਥੇ ਮੰਦਿਰ ਹੋਣਾ ਚਾਹੀਦਾ ਹੈ, ਇੱਥੇ ਵਾਸ਼ਰੂਮ ਹੋਣਾ ਚਾਹੀਦਾ, ਇੱਥੇ ਸਭ ਕੁਝ ਹੋਣਾ ਚਾਹੀਦਾ। ਉਵੇਂ ਸਾਡਾ ਸਰੀਰ ਹੈ, ਸਰੀਰ ਵੀ ਸਾਡਾ ਸਾਫ਼ ਰਹਿਣਾ ਚਾਹੀਦਾ। ਪਹਿਲੇ ਦ੍ਰਿਸ਼ਟੀਕੋਣ ਨਾਲ ਜਿਹੜਾ ਬੰਦਾ ਅਗਰ ਕਿਸੇ ਤਰ੍ਹਾਂ ਆਕਰਸ਼ਿਤ ਤੁਹਾਡੇ ਤੋਂ ਹੋ ਗਿਆ, ਖਾਸ ਕਰ ਮੈਂ ਟੀਚਰਾਂ ਦੀ ਗੱਲ ਕਰ ਲਾਂ, ਅਗਰ ਫੀਮੇਲ ਟੀਚਰ ਅਗਰ ਸਮਾਰਟ ਨੇ, ਸੁੰਦਰ ਨੇ, ਜਦੋਂ ਸਾਹਮਣੇ ਵਾਲੇ ਬੱਚੇ ਨੂੰ ਪੜ੍ਹਾਉਣਗੇ ਤੇ ਉਹ ਅਗਰ ਉਸਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਹੋਊਗਾ ਤੇ ਈਜ਼ੀਲੀ ਉਹ ਗੱਲ ਸਮਝਾ ਸਕਦੇ ਨੇ, ਕਿਉਂਕਿ ਅਟਰੈਕਸ਼ਨ ਵੱਧਦਾ ਹੈ। ਗੱਲ ਤੁਸੀਂ ਈਜ਼ੀਲੀ ਕਿਸੇ ਨੂੰ ਸਮਝਾ ਸਕਦੇ ਹੋ। ਬਹੁਤ ਅਹਿਮੀਅਤ ਹੈ, ਤੁਹਾਨੂੰ ਪੂਰਾ ਅਸੀਂ ਦਿਖਾਇਆ ਹੈ, ਕੁਝ ਰਹਿ ਗਿਆ ਉਹ ਵੀ ਦਿਖਾਉਂਦੇ ਹਾਂ। ਇਹ ਗ੍ਰੈਸ ਸਲੂਨ ਦਾ ਪੂਰਾ ਜਿੰਨਾ ਵੀ ਹੈ ਬਿਲਕੁਲ ਪ੍ਰੀਕੋਸ਼ਨ ਵਰਤ ਰਹੇ ਨੇ, ਇੱਕ ਇੱਕ ਚੀਜ਼ ਨੂੰ ਕਹਿੰਦੇ ਨੇ ਉਸ ਪੁਆਇੰਟ ਆਫ ਵਿਊ ਨਾਲ ਦੇਖ ਰਹੇ ਨੇ ਕਿ ਕਿਸੇ ਦੂਸਰੇ ਦਾ ਨੁਕਸਾਨ ਨਾ ਹੋਵੇ, ਕਿਉਂਕਿ ਇਦਾਂ ਦੀ ਚੀਜ਼ ਹੈ ਅਗਰ ਕੋਈ ਨੁਕਸਾਨ ਹੁੰਦਾ ਹੈ ਤੇ ਪ੍ਰਭਾਵਿਤ ਸਾਰੇ ਹੋ ਰਹੇ ਨੇ। ਕਰੋਨਾ ਦਾ ਇਹਦਾ ਇਹ ਮਤਲਬ ਨਹੀਂ ਕਰੋਨਾ ਆਇਆ ਤੇ ਸਿਰਫ ਪ੍ਰਭਾਵਿਤ ਡਾਕਟਰ ਹੋ ਰਿਹਾ ਹੈ ਜਾਂ ਪੁਲਿਸ ਕਰਮੀ ਹੋ ਰਹੇ ਨੇ, ਹਰ ਬੰਦੇ ਨੂੰ ਪ੍ਰੋਬਲਮ ਆ ਗਈ ਹੈ, ਬਿਜ਼ਨਸਮੈਨ ਨੂੰ ਪ੍ਰੋਬਲਮ ਆ ਗਈ। ਇਸ ਕਰਕੇ ਸਾਡੇ ਸਾਰਿਆਂ ਦਾ ਇਹ ਹੱਕ ਬਣਦਾ ਹੈ ਕਿ ਅਸੀਂ ਇਸ ਚੀਜ਼ ਨੂੰ ਪ੍ਰੀਕੋਸ਼ਨ ਨਾਲ ਲੈ ਕੇ ਚੱਲੀਏ, ਕਿਉਂਕਿ ਸਮਾਜ ਗਰੋਥ ਤਾਂ ਹੀ ਕਰਦਾ ਹੈ ਜਦੋਂ ਉਹਦੀ ਆਰਥਿਕ ਸਥਿਤੀ ਮਜ਼ਬੂਤ ਹੋਵੇ, ਮਤਲਬ ਪੈਸਾ ਆਂਦਾ ਰਵੇ, ਜਾਂਦਾ ਰਵੇ, ਚੱਲਦਾ ਰਵੇ, ਤਾਂ ਹੀ ਸਾਡਾ ਸਿਸਟਮ, ਸਾਡਾ ਦੇਸ਼, ਸਾਡਾ ਸਮਾਜ ਗਰੋਥ ਕਰਦਾ, ਸਾਡਾ ਪਰਿਵਾਰ ਵੀ ਗਰੋਥ ਕਰਦਾ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰ ਬਣਨਾ ਪਊਗਾ ਤੇ ਪ੍ਰੀਕੋਸ਼ਨ ਲੈ ਕੇ ਹਰ ਕੰਮ ਨੂੰ, ਕਿਉਂਕਿ ਜ਼ਿੰਦਗੀ ਚਲਾਉਣੀ ਵੀ ਹੈ, ਹਰ ਕੰਮ ਨੂੰ ਚਲਾਉਣਾ ਪਊਗਾ। ਤੁਹਾਨੂੰ ਤਸਵੀਰਾਂ ਦਿਖਾਈਆਂ ਨੇ, ਅੱਗੇ ਹੋਰ ਦਿਖਾਉਂਦੇ ਆ ਤੁਹਾਨੂੰ, ਕੋਸ਼ਿਸ਼ ਕਰਦੇ ਆ ਕਿ ਕਿਵੇਂ ਦਾ ਇਹ ਸਭ ਕੁਝ ਮੈਨੇਜ ਕਰ ਰਹੇ ਨੇ ਦੇਖਣ ਦੀ। ਦੋਸਤੋ ਤੁਹਾਨੂੰ ਪਹਿਲੇ ਉੱਪਰਲਾ ਫਲੋਰ ਦਿਖਾਇਆ ਸੀਗਾ, ਹੁਣ ਬੇਸਮੈਂਟ 'ਚ ਥੱਲੇ ਫਲੋਰ ਵਿੱਚ ਆਏ ਹਾਂ। ਥੱਲੇ ਫਲੋਰ ਵਿੱਚ ਇੱਕ ਚੀਜ਼ ਅਸੀਂ ਦੇਖੀ ਹੈ ਕਿ ਰੂਮ ਨੇ, ਨੀਅਰ ਅਬਾਊਟ ਰੂਮ ਦੀ ਜਿਹੜੀ ਲੈਂਥ ਜਿਹੜੀ ਹੈ ਉਹ 12 ਬਾਈ 8 10 ਅਲੱਗ-ਅਲੱਗ ਲੈਂਥ ਦੇ ਰੂਮ ਨੇ। ਉਹ ਰੂਮ ਦੇ ਅੰਦਰ ਅਸੀਂ ਗੱਲਬਾਤ ਕਰਦੇ ਹਾਂ, ਸ਼ਾਇਦ 1 ਬਾਈ 1 ਸਿਰਫ ਇੱਕੋ ਹੀ ਕਸਟਮਰ ਦਾ ਇੱਥੇ ਕੰਮ ਹੁੰਦਾ ਹੈ। ਮੈਡਮ ਕੀ ਨਾਮ ਹੈ? ਦੇਖੋ ਸਾਡਾ ਸਕਿਨ ਰੂਮ ਹੈਗੇ ਨੇ, ਫੇਸ਼ੀਅਲ ਰੂਮਸ ਸੀਗੇ। ਅਸੀਂ ਹੁਣ ਕੋਵਿਡ ਟਾਈਮ ਦੇ ਵਿੱਚ ਅਸੀਂ ਇਹ 1 ਰੂਮ ਫॉर 1 ਕਲਾਇੰਟ ਵਾਸਤੇ ਬਣਾਤਾ ਹੈ ਅਤੇ ਚੇਅਰਸ ਵੀ ਰੱਖ ਕੇ, ਤਾਂ ਕਿ ਸਾਡਾ ਕਲਾਇੰਟ ਆਂਦਾ ਘੱਟ ਤੋਂ ਘੱਟ ਲੋਕਾਂ ਦੇ ਨਾਲ ਕੰਟੈਕਟ ਵਿੱਚ ਆਏ ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਸਰਵਿਸਿਜ਼ ਇੱਥੇ ਹੀ ਹੋ ਜਾਣ, ਤਾਂ ਕਿ ਉਹਦਾ ਇੱਕ ਬੰਦਾ ਕਰ ਲੇ। ਅਸੀਂ ਬੜੀਆਂ ਨਿਊ ਟੈਕਨੀਕਸ, ਜਿਵੇਂ ਤੁਸੀਂ ਉੱਤੇ ਥ੍ਰੈਡਿੰਗ ਦੀ ਦੇਖੀ, ਗੱਲੇ ਵਿੱਚ ਪਾ ਕੇ ਕਰ ਰਹੇ ਹਾਂ, ਮੂੰਹ ਵਿੱਚ ਨਹੀਂ ਉਹਦਾ ਜਾਂਦਾ, ਤੁਸੀਂ ਵੈਰੀ ਕਲੋਜ਼ ਨਹੀਂ ਜਾਂਦੇ। ਉਸੇ ਤਰ੍ਹਾਂ ਜਿਵੇਂ ਇਹ ਵੈਕਸਿੰਗ ਹੈ, ਇਹ ਦੇਖੋ ਇਹਦਾ ਹੈਗਾ ਕਾਰਟ੍ਰਿਜ ਦੇ ਨਾਲ ਰੋਲਰ ਵੈਕਸ ਹੈਗੀ ਹੈ। ਇਹ ਰੋਲਰ ਵੈਕਸ ਅਸੀਂ ਇੱਕ ਕਾਰਟ੍ਰਿਜ ਦਾ ਇੱਕ ਬੰਦੇ ਨਾਲ ਕਰਨੇ ਆ। ਅਗਰ ਸਪੋਜ਼ ਕਿਸੇ ਨੇ ਸਿਰਫ ਆਂਸ ਕਰਨੀ ਆਉਂਦੀ, ਇਹਦੇ ਨਾਲ ਲੈਗਸ ਐਂਡ ਹੋ ਜਾਂਦੀਆਂ ਨੇ ਆਂਸ, ਪਰ ਅਗਰ ਕੁਝ ਕਰਨਾ ਆਉਂਦਾ ਤੇ ਇਸ ਦੇ ਉੱਤੇ ਜਾਂ ਤੇ ਅਸੀਂ ਨਾਮ ਲਿਖ ਕੇ ਆਪਣੇ ਕੋਲ ਰੱਖ ਲੈਂਦੇ ਹਾਂ ਜਾਂ ਉਹਨੂੰ ਕਲਾਇੰਟ ਨੂੰ ਨਾਲ ਦੇ ਦਿੰਦੇ ਹਾਂ, ਤੁਸੀਂ ਲੈ ਜਾਓ ਜਦੋਂ ਨੈਕਸਟ ਕਰਾਉਣਾ ਹੈ, ਤਾਂ ਕਿ ਟੋਟਲੀ ਹਾਈਜੀਨਿਕ, ਇੱਕ ਤੋਂ ਉੱਤੇ ਦੂਜਾ ਨਹੀਂ। ਇਹ ਥਰੋ ਹੋ ਜਾਂਦੀ ਹੈ ਕਾਰਟ੍ਰਿਜ, ਇੱਕ ਤੇ ਯੂਜ਼ ਹੋ ਕੇ ਅਸੀਂ ਥਰੋ ਕਰ ਦਿੰਦੇ ਹਾਂ। ਇੱਦਾਂ ਅਸੀਂ ਕੀਤਾ ਤੇ ਇਹਨੂੰ ਇਹਦੇ ਵਿੱਚ ਇਹ ਕੱਢ ਕੇ ਅਸੀਂ ਥਰੋ ਕਰ ਦਿੰਦੇ ਹਾਂ, ਤਾਂ ਕਿ ਇਟਸ ਵੈਰੀ ਸੇਫ। ਔਰ ਜਿੰਨੇ ਵੀ ਦੇਖਿਆ, ਤੁਸੀਂ ਦੇਖਿਆ ਸੀ ਸਾਰੇ 1 ਟਾਈਮ ਯੂਜ਼ ਨੇ। ਇਹਨੂੰ ਗਾਊਨ ਅਸੀਂ ਕਲਾਇੰਟ ਨੂੰ ਪਵਾਉਂਦੇ ਹਾਂ ਸਾਰਾ। ਔਰ ਜਿਵੇਂ ਇਹ ਵੈਕਸਿੰਗ ਹੈ, ਥ੍ਰੈਡਿੰਗ ਦਾ ਅਸੀਂ ਚੇਂਜ ਕੀਤਾ। ਔਰ ਤੁਸੀਂ ਦੇਖੋਗੇ ਜਿਵੇਂ ਇਹ ਮਸ਼ੀਨ ਹੈ, ਦਿਸ ਇਜ਼ ਅ ਹਾਈਡਰਾ ਮਸ਼ੀਨ। ਇਹਦੇ ਵਿੱਚ ਤੁਹਾਨੂੰ ਬਿਲਕੁਲ ਹੱਥ ਦੀ ਲੋੜ ਨਹੀਂ ਪੈਂਦੀ ਹੈਗੀ ਹੈ ਜਦੋਂ ਤੁਸੀਂ ਕਰਦੇ ਹੋ। ਸਾਰੀਆਂ ਮਸ਼ੀਨਾਂ ਨੇ, ਔਰ ਇਹਨਾਂ ਨੂੰ ਉਸ ਤੋਂ ਬਾਅਦ ਅਸੀਂ ਸਾਰੀਆਂ ਨੋਬਸ ਨੂੰ ਅੱਛੀ ਤਰ੍ਹਾਂ ਸਟਰਲਾਈਜ਼ ਕਰ ਦਿੰਦੇ ਹਾਂ। ਤੁਹਾਡਾ ਕੰਟੈਕਟ ਬੰਦੇ ਨਾਲ ਆਂਦਾ ਹੀ ਨਹੀਂ ਹੈ। ਤੁਸੀਂ ਇਹ ਮਸ਼ੀਨ ਨਾਲ, ਇੱਕ ਇਹਨਾਂ ਦੇ ਰਿਜ਼ਲਟਸ ਵੀ ਬੜੇ ਅੱਛੇ ਨੇ, ਐਂਡ ਸੈਕੰਡਲੀ ਬੜਾ ਸੇਫ ਹੈ ਇਹਨਾਂ ਦੇ ਨਾਲ। ਸਹੀ ਗੱਲ ਦੱਸੋ, ਇੱਕ ਕੋਈ ਕਿੱਟ ਵੀ ਯੂਜ਼ ਕਰਦੇ ਆ ਜਿਹੜਾ ਬੰਦਾ ਇੱਕ ਵਾਰ ਯੂਜ਼ ਕਰਦਾ ਫਿਰ ਦੂਸਰੇ ਤੋਂ ਚੀਜ਼ ਯੂਜ਼ ਨਹੀਂ ਕੀਤੀ ਜਾਂਦੀ? ਨਹੀਂ ਜੀ, ਇਹ ਤੇ ਸਾਰੀਆਂ ਕਿਚਨ, ਹੁਣ ਇਹ ਵੇ ਜਿਵੇਂ ਤੁਸੀਂ ਦੇਖਿਆ ਸੀ ਐਪਰਨ ਹੈ, ਇਹ ਸਾਰੀਆਂ ਚੀਜ਼, ਈਵਨ ਸਪੈਚੂਲਾ ਤੱਕ ਸਾਰੀਆਂ ਚੀਜ਼ਾਂ ਇਹ ਸਾਡੇ ਟਰੈਸ਼ 'ਚ ਚਲਾ ਜਾਏਗਾ, ਸਾਰਾ ਡਸਟਬਿਨ ਸੁੱਟਣ ਨਹੀਂ ਚਲਾ ਜਾਏਗਾ। ਇਹ ਵਾਲਾ ਇਹ 1 ਟਾਈਮ ਯੂਜ਼ ਦੀਆਂ ਹੀ ਹੈਗੀਆਂ ਨੇ ਤੇ ਇਹਨਾਂ ਨੂੰ ਅਸੀਂ ਕਦੀ ਦੁਬਾਰਾ ਯੂਜ਼ ਨਹੀਂ ਕਰਾਂਗੇ। ਇਸ ਰੂਮ 'ਚ ਕਿੰਨੇ ਕੁ ਬੰਦੇ ਤੁਸੀਂ ਕਰਦੇ ਹੋ? ਇੱਕੋ ਹੀ ਬੰਦੇ ਦਾ ਹੁੰਦਾ ਇੱਕ ਟਾਈਮ 'ਚ? ਦੇਖੋ ਨਹੀਂ, ਇਹ ਮੈਂ ਨਹੀਂ ਕਹਿੰਦੀ ਕਿ ਇੱਕ ਬੰਦੇ ਦਾ ਹੁਣ ਇੰਨਾ ਵੱਡਾ ਪਾਰਲਰ ਕਿ ਇੱਕ ਬੰਦਾ ਮੇਰੇ ਕੋਲ ਆਏਗਾ, ਪਰ ਅਸੀਂ ਵੀ ਆਰ ਟੇਕਿੰਗ ਵਿਦ ਅਪਾਇੰਟਮੈਂਟਸ, ਹੈ ਨਾ। ਹਾਲੇ ਕੁਝ ਲੋਕ ਡਰ ਵੀ ਰਹੇ ਨੇ ਕਿਉਂਕਿ ਉਹਨਾਂ ਨੂੰ ਸੇਫਟੀ ਮੈਜਰਸ ਦਾ ਪਤਾ ਨਹੀਂ ਹੈ, ਪਰ ਅਗਰ ਐਵੇਂ ਤੁਸੀਂ ਲੋਕ ਜਿਵੇਂ ਦੱਸਦੇ ਉਹਨਾਂ ਨੂੰ ਪਤਾ ਚੱਲੇਗਾ ਤੇ ਫਿਰ ਉਹ ਖੁੱਲ੍ਹ ਕੇ ਆ ਸਕਣਗੇ। ਤੇ ਅਸੀਂ ਸਾਡੇ ਕੋਲ ਜਿਵੇਂ ਹੁਣ 10 ਰੂਮਸ ਨੇ, ਐਟਲੀਸਟ 10 ਲੋਕ ਮੈਂ ਲੈ ਸਕਦੀ ਹਾਂ, 10,000 ਸਕੁਆਇਰ ਫੀਟ ਜਗ੍ਹਾ ਹੈ ਨਾ। ਜੇ ਸਾਡੇ ਕੋਲ ਜਗ੍ਹਾ ਘੱਟ ਹੈ ਤਾਂ ਡੈਫੀਨੇਟਲੀ, ਹੁਣ ਮੇਰੇ ਹੋਰ ਕਈ ਬ੍ਰਾਂਚਿਸ ਨੇ ਜਿਹੜੀਆਂ ਥੋੜ੍ਹੀਆਂ ਛੋਟੀਆਂ, ਉੱਥੇ ਅਸੀਂ ਇੰਨੇ ਕਲਾਇੰਟਸ ਨਹੀਂ ਲੈਂਦੇ, ਪਰ ਜਦ ਮੈਂ 10 ਬੰਦਿਆਂ ਨੂੰ ਐਟ ਏ ਟਾਈਮ ਅਲੱਗ ਰੂਮ ਦੇ ਸਕਦੀ ਹਾਂ ਤੇ ਆਈ ਕੈਨ ਕੇਟਰ 10, ਕਿਉਂਕਿ ਜਦੋਂ ਇੱਕ ਵਾਰ ਰੂਮ ਵਿੱਚ ਅਲੱਗ ਆ ਗਿਆ, ਉਹਨੇ ਇੱਥੋਂ ਬਸ ਕੰਮ ਕਰਾ ਕੇ ਨਿਕਲਣਾ ਹੀ ਹੈ ਨਾ। ਅਸੀਂ ਉਹਨਾਂ ਨੂੰ ਇੱਕ ਰਾਏ ਦਿੰਦੇ ਹਾਂ ਕਿ ਜਿਵੇਂ ਜਾ ਰਹੇ ਹੋ, ਅਗਰ ਕੁਝ ਟਾਈਮ ਹੈ ਤੇ ਗਰਮ ਕੌਫੀ ਪੀ ਲਓ, ਬਿਕੋਜ਼ ਦੈਟ ਇਜ਼ ਗੁੱਡ। ਗ੍ਰੀਨ ਟੀ ਪੀ ਲਓ ਔਰ ਘਰ ਜਾਂਦੇ ਹੀ ਬਾਥ ਲਓ, ਹੈ ਨਾ। ਦੈਟ ਇਜ਼ ਇੰਪੋਰਟੈਂਟ। ਉਹਨਾਂ ਨੂੰ ਅਸੀਂ ਇੱਕ ਜਦੋਂ ਜਾਣ ਵੇਲੇ ਉਹਨਾਂ ਕਹਿੰਦੇ ਹਾਂ ਸਰਵਿਸ ਦੇਣ ਵਾਲੇ ਬੰਦੇ, ਜੋ ਬੰਦੇ ਤੁਹਾਡੇ ਕੰਮ ਕਰ ਰਹੇ ਨੇ ਇੱਥੇ, ਉਹਨਾਂ ਨੂੰ ਕੋਈ ਪ੍ਰੀਕਾਸ਼ਨ ਦੱਸਿਆ ਗਿਆ ਜਿਹੜੇ? ਉਹਨਾਂ ਨੂੰ ਦੇਖੋ, ਅਸੀਂ ਜਦੋਂ ਪਹਿਲੇ ਦਿਨ ਖੋਲ੍ਹਿਆ
ਅਸੀਂ 1 ਫੁੱਲ ਡੇ ਸਾਡਾ 1 ਡੇ ਸੀਗਾ ਉਹਨਾਂ ਨੂੰ ਟੀਚ ਕਰਨਾ, ਉਹਨਾਂ ਨੂੰ ਅਵੇਅਰ ਕਰਨਾ ਕਿ ਇੱਕ ਟਾਈਮ ਤੇ ਇੱਥੇ ਦੇ ਇੰਡੀਆ 'ਚ ਲੋਕਾਂ ਨੂੰ ਸਟਰਲਾਈਜੇਸ਼ਨ, ਸੈਨੀਟਾਈਜੇਸ਼ਨ, ਡਿਸਇਨਫੈਕਟੈਂਟ ਦੇ ਵਿੱਚ ਹੀ ਨਹੀਂ ਲੋਕਾਂ ਨੂੰ ਪਤਾ ਹੁੰਦਾ ਸੀ। ਕਿਉਂ? ਅਸੀਂ ਸਾਰਾ ਇਹਨਾਂ ਨੂੰ ਗਾਈਡ ਕੀਤਾ, ਇਹਨਾਂ ਨੂੰ ਦੱਸਿਆ ਇਹਨਾਂ ਦੀ ਪ੍ਰੀਕਾਸ਼ਨਸ ਵਾਸਤੇ ਕਰਨੇ ਆ। ਕਈ ਹੋਮੋਪੈਥੀ ਦਵਾਈਆਂ ਹੈਗੀਆਂ 3 ਦਿਨ ਵਾਸਤੇ, ਉਹ ਇਹਨਾਂ ਨੂੰ ਕਹਿੰਦੇ ਆ ਤੁਸੀਂ ਇਹ ਲੈ ਲਓ, ਉਹ ਤੁਹਾਡੀ ਇਮਿਊਨਿਟੀ ਨੂੰ ਵਧਾਏਗਾ। ਔਰ ਉਹਨਾਂ ਨੂੰ ਗਾਈਡ ਕਰਨੇ ਆ ਜੇ ਤੁਸੀਂ ਇੱਥੋਂ ਬਾਹਰ ਜਾਂਦੇ ਹੋ ਫਾਲਤੂ ਦਾ ਇਹ ਕੋਈ ਅੱਜ ਘੁੰਮਣ ਦੇ ਦਿਨ ਨਹੀਂ ਹੈਗੇ, ਥੋੜੀ ਦੇਰ ਦੀ ਗੱਲ ਹੈ। ਜਦੋਂ ਐਵਰੀਥਿੰਗ ਵਿਲ ਗੈਟ ਨਾਰਮਲ ਤੇ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਤੇ ਤੁਸੀਂ ਆਪ ਸੇਫ ਰਹੋ, ਆਪਣੇ ਘਰ ਦੇ ਬੰਦਿਆਂ ਨੂੰ ਵੀ ਸੇਫ ਰੱਖੋ ਤੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਸਮਝਾਉਂਦੇ ਆਓ ਆਪਾਂ ਅਗਲਾ ਰੂਮ ਵੀ ਦੇਖਦੇ ਹਾਂ, ਤੁਹਾਨੂੰ ਅਗਲਾ ਰੂਮ ਵੀ ਦਿਖਾਉਂਦੇ ਹਾਂ ਹੌਲੀ ਹੌਲੀ। ਜਿਸ ਤਰ੍ਹਾਂ ਇਹਨਾਂ ਦਾ ਰੂਮ ਹੈ, ਅੱਗੇ ਵੀ ਆ ਦੇਖੋ ਜੀ ਰੂਮ ਹੈ, ਇੱਕ ਗੈਲਰੀ ਹੋ ਗਈ, ਆ ਅਗਲਾ ਰੂਮ ਹੈ ਜਿੱਥੇ ਅਸੀਂ ਇਹਨਾਂ ਨੇ ਹੁਣੇ ਆ ਇੱਕ ਅਗਲਾ ਰੂਮ ਹੈ, ਆ ਦੇਖੋ ਜੀ। ਪਰ ਆ ਰੂਮ ਵੀ ਦੇਖੋ, ਇਹ ਰੂਮ 'ਚ ਵੀ ਪੂਰੀ ਪ੍ਰੀਕਾਸ਼ਨ ਨਾਲ ਪੂਰਾ ਕੰਮ ਕੀਤਾ ਜਾਂਦਾ। ਇੱਥੇ ਹੁਣੇ ਇਹਨਾਂ ਨੇ ਜਿਹੜਾ ਗੈਸ ਦੁਆਰਾ ਜਿਹੜੇ ਜੈਮਸ ਨੇ ਉਹਨਾਂ ਨੂੰ ਮਾਰਿਆ, ਉਹ ਤਸਵੀਰਾਂ ਤੁਸੀਂ ਦੇਖੀਆਂ ਨੇ। ਇੱਥੇ ਉਹਦਾ ਛਿੜਕਾਓ ਕੀਤਾ ਹੈ। ਤੇ ਇੱਥੇ ਕੀ ਹੁੰਦਾ ਹੈ ਵੈਸੇ? ਇੱਥੇ ਵੀ ਸੇਮ ਦੇਖੋ, ਇੱਥੇ ਹੀ ਅਸੀਂ ਇਹਨਾਂ ਨੂੰ ਇਹ ਚੇਅਰ ਦੇਤੀ ਹੈ ਸੈਪਰੇਟ। ਹੁਣ ਅਸੀਂ ਪਹਿਲੇ 2 ਲੈਂਦੇ ਸੀ ਪਰ ਹੁਣ ਅਸੀਂ ਇੱਕ ਹੀ ਲੈ ਰਹੇ ਹਾਂ। ਔਰ ਉੱਥੇ ਮਿਰਰ ਹੈ, ਇਹਨੂੰ ਅਸੀਂ ਕੋਈ ਕਲਾਇੰਟ ਆਏਗਾ ਤਾਂ ਉੱਥੇ ਮਿਰਰ ਤੇ ਅਸੀਂ ਸਾਰਾ ਕੰਮ ਇੱਥੇ ਹੀ ਕਰਾਂਗੇ। ਹੋਰ ਇੱਕ ਅਗਲਾ ਰੂਮ ਵੀ ਹੈ, ਉਹ ਵੀ ਦੇਖਦੇ ਹਾਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ। ਆ ਦੇਖੋ ਜੀ, ਆ ਰੂਮ ਹੈ। ਇਹ ਰੂਮ ਦੀ ਵੀ ਜੇ ਆਪਾਂ ਲੰਬਾਈ ਚੌੜਾਈ ਲੈਂਥ ਦੀ ਗੱਲ ਕਰੀਏ ਉਨਾ ਕੀ ਹੈ ਜਿੰਨਾ ਕਿ ਹੋਰ ਪਿਛਲੇ ਰੂਮ ਨੇ। ਇੱਥੇ ਕੀ ਸਾਡਾ ਦੇਖੋ ਹੇਅਰ ਰਿਮੂਵਲ ਲੇਜ਼ਰ ਹੈ ਇੱਥੇ, ਹੈ ਨਾ ਸਾਰਾ ਕੰਮ। ਕਿਉਂਕਿ ਅਸੀਂ ਇੱਥੇ ਬਿਲਕੁਲ ਵੀ ਨਾ ਡਸਟ ਕੁਝ ਕਿਸੇ ਜਗ੍ਹਾ ਤੇ ਵੀ ਨਹੀਂ ਜਾਣ ਦਿੰਦੇ, ਪਰ ਇਹਨੂੰ ਬੜਾ ਉਹ ਰੱਖਣਾ ਪੈਂਦਾ। ਬਸ ਸਿਰਫ ਸੈਨੀਟਾਈਜ਼ ਕਰਕੇ ਅਸੀਂ ਸਾਰਾ ਕਰਨੇ ਆ। ਔਰ ਹਰ ਇੱਕ ਚੀਜ਼, ਜਿਵੇਂ ਹੁਣ ਬੈਡਸ ਖਾਲੀ ਪਏ ਹੋਏ ਨੇ, ਜਦੋਂ ਆਣਗੇ ਤੇ ਉਸੇ ਵੇਲੇ ਉਹਨਾਂ ਨੂੰ ਉੱਥੋਂ ਦੀ ਕਲਾਇੰਟ ਦੇ ਹੱਥ ਵਿੱਚ ਕਿੱਟ ਆਏਗੀ ਕਿ ਇਹ ਕਿੱਟ ਤੁਹਾਡੇ ਵਾਸਤੇ ਵੇ, ਤਾਂ ਕਿ ਉਹ ਲੈ ਕੇ ਆਏਗਾ ਔਰ ਉਹ ਉਹਦੇ ਸਾਹਮਣੇ ਸਾਡੀ ਜਿਹੜੀ ਥੈਰੇਪਿਸਟ ਹੈ ਉਹ ਉਹਨਾਂ ਨੂੰ ਵਿਛਾਏਗੀ ਤੇ ਉਹਨਾਂ ਦਾ ਕੰਮ ਕਰੇਗੀ। ਹੋਰ ਅੱਗੇ ਕੀ ਹੈ? ਅੱਗੇ ਵੀ ਮੈਂ ਦੇਖਿਆ ਇੱਕ ਚੀਜ਼ ਹੋਰ ਹੈ, ਜਿਵੇਂ ਆ ਗਿਆ ਇਸ ਚੀਜ਼ 'ਚ। ਇਹ ਦੇਖੋ ਸਾਡੇ ਪੈਡੀਕਿਉਰ ਸੈਕਸ਼ਨਸ ਹੈਗੇ ਨੇ। ਦੇਖੋ ਇਹਨਾਂ 'ਚ ਵੈਸੇ ਵੀ ਕਾਫੀ ਡਿਸਟੈਂਸ ਹੈਗਾ, ਤੁਸੀਂ ਅਗਰ ਦੇਖੋਗੇ ਥੀਸ ਆਰ ਦਾ ਪੈਡੀਕਿਉਰ ਸੈਕਸ਼ਨਸ। ਇੱਕ ਅਸੀਂ ਅਲੱਗ ਇਹਨੂੰ ਇੱਥੇ ਕਰਤਾ, ਮੈਂ ਤੁਹਾਨੂੰ ਦੱਸਾਂ ਪ੍ਰਾਈਵੇਟ, ਹੈ ਨਾ। ਜਦੋਂ ਕੋਈ ਕਲਾਇੰਟ ਆਉਂਦਾ ਹੈ ਨਾ, ਜਾਂ ਮੇਲ ਕਲਾਇੰਟਸ ਆਉਂਦੇ ਨੇ ਨਾ, ਤੇ ਉਹ ਸਾਰੀਆਂ ਲੇਡੀਜ਼ ਵਿੱਚ ਨਹੀਂ ਜਾ ਸਕਦੇ। ਇੱਥੇ ਅਸੀਂ ਮੇਲ ਕਲਾਇੰਟਸ ਨੂੰ ਸੈਪਰੇਟ ਅਗੇਨ, ਅਗਰ ਉਹਦਾ ਫੇਸ ਦਾ ਕੰਮ ਹੈ, ਕੋਈ ਟ੍ਰੀਟਮੈਂਟ ਹੈ, ਉੱਥੇ ਹੋ ਜਾਂਦਾ ਹੈ। ਸ਼ੈਂਪੂ ਡਾਈ ਇੱਥੇ ਹੋ ਜਾਂਦੀ, ਇੱਥੇ ਹੀ ਪੈਡੀਕਿਉਰ ਕਰ ਦਿੰਦੇ ਆ ਔਰ ਇੱਥੇ ਹੀ ਉਹ ਹੇਅਰ ਕੱਟ ਵਗੈਰਾ ਕਰਾ ਲੈਂਦੇ ਨੇ। ਤੇ ਇਹ ਮੇਲ ਕਲਾਇੰਟ ਵਾਸਤੇ ਅਲੱਗ ਰੱਖਿਆ ਹੈ ਸੈਪਰੇਟ। ਇਹ ਉੱਪਰਲਾ ਫਲੋਰ ਵਿੱਚ ਅਲੱਗ, ਇਹ ਥੱਲੇ ਫਲੋਰ ਵਿੱਚ। ਪ੍ਰੀਕਾਸ਼ਨ ਦੋਨਾਂ ਫਲੋਰਾਂ ਵਿੱਚ ਪੂਰੇ ਹੀ ਨੇ? ਹਾਂਜੀ, ਦੋਨੋਂ ਫਲੋਰ 'ਚ ਪੂਰਾ ਹੈ। ਸਾਡੇ ਕੋਲ ਇੱਕ ਸ਼ੋਰੂਮ ਵੀ ਹੈ ਜਿਹਦੇ ਵਿੱਚ ਕਲਾਇੰਟ ਅੱਜ ਦੀ ਡੇਟ 'ਚ, ਜਿਵੇਂ ਹੁਣ ਅਸੀਂ ਤੁਸੀਂ ਤੁਹਾਨੂੰ ਦੱਸਾਂ ਕਿ ਅੱਜ ਦੀ ਡੇਟ 'ਚ ਅਗਰ ਇਨਸਾਨ ਉਹਦੇ ਕੋਲ ਮਨੀ ਸਕਰੰਚ ਇੰਨਾ ਨਹੀਂ, ਅਗਰ ਉਹ ਥੋੜਾ ਸਪੈਂਡ ਕਰ ਸਕਦਾ ਹੈ, ਸੇਫਟੀ ਇਜ਼ ਦਾ ਬੈਸਟ ਪਾਲਿਸੀ। ਤੇ ਅਸੀਂ ਜਿਵੇਂ ਹੇਅਰ ਡਰੈਸਿੰਗ ਹੈ, ਦੇਖੋ ਬ੍ਰਸ਼ ਮਹਿੰਗੇ ਆਉਂਦੇ ਆ। ਹੁਣ ਇੱਕ ਬ੍ਰਸ਼ 700 ਤੋਂ ਲੈ ਕੇ 2-2000 ਤੱਕ ਆਉਂਦਾ। ਐਵਰੀ ਟਾਈਮ ਵੀ ਕੈਨ ਨਾਟ ਥਰੋ ਇਟ, ਹੈ ਨਾ। ਅਸੀਂ ਉਹਨੂੰ ਤੇ ਡਿਸਪੋਜ਼ੇਬਲ ਬ੍ਰਸ਼ਿਜ਼ ਨਹੀਂ ਹੁੰਦੇ, ਤੇ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ। ਉੱਤੇ ਜਾਓਗੇ ਤਾਂ ਮੈਂ ਤੁਹਾਨੂੰ ਦਿਖਾ ਵੀ ਦਿੰਦੇ, ਉਹਨਾਂ ਵਾਸਤੇ ਰੱਖਿਆ। ਅਗਰ ਇੱਕ ਬ੍ਰਸ਼, ਅਗਰ ਇੱਕ ਲੇਡੀ ਜਿਹੜਾ ਉਹਨੂੰ ਯੂਜ਼ ਹੁੰਦਾ ਆਪਣੇ ਆਪ ਖਰੀਦ ਲੇ, ਜਦੋਂ ਉਹ ਇੱਥੇ ਆਉਂਦੀ ਹੈ ਆਪਣਾ ਬ੍ਰਸ਼ ਲੈ ਕੇ ਆਏ, ਆਪਣੀ ਪਾਣੀ ਦੀ ਬੋਟਲ ਲੈ ਕੇ ਆਏ, ਇਹ ਚੀਜ਼ਾਂ ਲੈ ਕੇ, ਤੇ ਉਹਨਾਂ ਵਾਸਤੇ ਬਹੁਤ ਸੇਫਟੀ ਹੈ ਨਾ। ਨਹੀਂ ਤੇ ਤੁਸੀਂ ਤੇ ਅਸੀਂ ਸਾਡਾ ਸ਼ੋਰੂਮ ਹੀ ਹੈ ਜਿੱਥੇ ਕਈ ਲੋਕ ਜਿਹੜਾ ਹਾਲੇ ਸਾਨੂੰ ਪਤਾ ਇੰਨੇ ਰੈਗੂਲਰ ਨਹੀਂ ਆਣਗੇ, ਥੋੜਾ ਡਰਨਗੇ ਜਿਹੜਾ ਇਨੀਸ਼ੀਅਲ ਕੰਮ, ਤੇ ਉਹਨਾਂ ਵਾਸਤੇ ਅਸੀਂ ਘਰ ਦੇ ਹੋਮ ਪ੍ਰੋਡਕਟਸ ਇਹੋ ਜਿਹੇ ਰੱਖੇ ਹੋਏ ਨੇ ਕਿ ਜਿਹੜੇ ਕਿ ਅਗਰ ਉਹ ਥੋੜੀ ਦੇਰ ਥੋੜਾ ਝਿਜਕ ਵੀ ਰਹੇ ਨੇ ਆਉਣ ਨੂੰ, ਪਰ ਆਪਣੇ ਆਪ ਨੂੰ ਉਹ ਠੀਕ ਤਰ੍ਹਾਂ ਮੇਨਟੇਨ ਕਰ ਸਕਦੇ ਨੇ। ਦੇਖੋ ਇਹ ਤੁਹਾਨੂੰ ਪਤਾ ਹੁੰਦਾ ਹੈ ਕਿ ਲੇਡੀਜ਼ ਵਾਸਤੇ ਹੁੰਦਾ ਹੈ ਕਿ ਇਫ ਯੂ ਫੀਲ ਗੁੱਡ ਯੂ ਲੁੱਕ ਗੁੱਡ, ਹੈ ਨਾ। ਅਗਰ ਅਸੀਂ ਅੱਛੇ ਲੱਗਾਂਗੇ, ਇਫ ਯੂ ਲੁੱਕ ਗੁੱਡ ਦੈਨ ਯੂ ਵਿਲ ਫੀਲ ਗੁੱਡ। ਜੇ ਅਸੀਂ ਅੱਛੇ ਲੱਗ ਰਹੇ ਹਾਂ, ਸਾਡਾ ਆਪਣੇ ਆਪ ਖੁਸ਼ ਰਹਾਂਗੇ। ਇਹ ਸਾਰੀ ਚੀਜ਼ਾਂ ਇਮਿਊਨਿਟੀ ਵਧਾਉਂਦੀਆਂ ਨੇ। ਕੰਮ ਦੇ ਨਾਲ ਕੋਈ ਉਹਨਾਂ ਨੂੰ ਮੈਸੇਜ ਵੀ ਕਨਵੇ ਕਰਦੇ ਰਹਿੰਦੇ ਹੋ ਕਿ ਆਪਣੇ ਹਿਸਾਬ ਨਾਲ ਕਿ ਤੁਸੀਂ ਇਸ ਤਰ੍ਹਾਂ ਗਾਈਡਲਾਈਨ ਸਾਨੂੰ ਦਿੱਤੀਆਂ ਗਈਆਂ ਨੇ, ਤੁਸੀਂ ਵੀ ਐਵੇਂ ਪ੍ਰੀਕਾਸ਼ਨ ਯੂਜ਼? ਹਾਂਜੀ, ਆਫ ਕੋਰਸ ਜਿੰਨੀਆਂ ਗਾਈਡਲਾਈਨਸ ਆਪਣੀਆਂ ਤੇ ਅਸੀਂ ਤੁਹਾਨੂੰ ਅਸੀਂ ਸਾਰੀਆਂ ਦੱਸੀਆਂ ਨੇ। ਪਰ ਅਸੀਂ ਉਹਨਾਂ ਕਲਾਇੰਟਸ ਨੂੰ ਕਹਿੰਦੇ ਆ ਕਿ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਇੱਥੋਂ ਦੀ ਕਰਾ ਕੇ ਗਏ ਨੇ, ਇੱਕ ਗਰਮ ਕੱਪ ਕੌਫੀ ਜਾਂ ਗ੍ਰੀਨ ਟੀ ਲੈ ਲੈਣ। ਅਗਰ ਇੱਥੇ ਉਹਨਾਂ ਕੋਲ ਟਾਈਮ ਨਹੀਂ ਤੇ ਘਰ ਜਾਂਦੇ ਪਹਿਲੇ ਉਹ ਬਾਥ ਲੈਣ ਇੱਕਦਮ, ਚਾਹੇ ਕਿੰਨੀ ਵੀ ਸੇਫਟੀ ਹੈ, ਅਸੀਂ ਹਰ ਇੱਕ ਕੁਝ ਪ੍ਰੀਕਾਸ਼ਨਸ ਲੈਣੀਆਂ ਨੇ। ਉਹ ਜਾ ਕੇ ਜਾਂਦਿਆਂ ਹੀ ਬਾਥ ਲੈਣ ਔਰ ਨਾਲ ਇੱਕ ਗਰਮ ਕੱਪ ਤੁਸੀਂ ਨਿੰਬੂ ਪਾਣੀ ਲੈ ਲਓ, ਗ੍ਰੀਨ ਟੀ ਲੈ ਲਓ, ਆਪਣੀ ਚੋਇਸ ਦੇ ਹਿਸਾਬ ਨਾਲ ਰੱਖੋ। ਔਰ ਅਸੀਂ ਇਹ ਵੀ ਜ਼ਰੂਰ ਸਭ ਨੂੰ ਸਮਝਾਉਂਦੇ ਹਾਂ, ਤੁਸੀਂ ਆਪ ਮੰਨੋਗੇ ਨਹੀਂ, ਅੱਜ ਕਿੰਨੇ 2 ਮੰਥਸ ਤੋਂ ਜ਼ਿਆਦਾ ਹੋ ਗਏ ਨੇ ਮੈਂ ਆਪਣੇ ਗੇਟ ਤੋਂ ਬਾਹਰ ਨਹੀਂ ਨਿਕਲੀ ਹਾਂ। ਅਸੀਂ ਨਹੀਂ ਗਏ ਕਿਉਂਕਿ ਮੇਰਾ ਕੰਮ ਨਹੀਂ ਸੀ ਸਾਡਾ ਇੱਥੇ। ਤੇ ਮੈਂ ਇਹੀ ਸਮਝਾਉਂਦੀ, ਜੇ ਤੁਹਾਨੂੰ ਕੰਮ ਨਹੀਂ ਹੈ, ਜ਼ਿਆਦਾ ਜ਼ਰੂਰੀ ਨਹੀਂ ਹੈ,
ਤੇ ਪਾਰਟੀਜ਼ ਜਿੱਥੇ ਕਰਾਊਡਡ ਵਾਲੀ ਜਗ੍ਹਾ ਤੇ ਤੁਸੀਂ ਅਵੋਇਡ ਕਰੋ ਔਰ ਆਪਣੇ ਆਪ ਦੀ ਇਮਿਊਨਿਟੀ ਵਧਾਓ। ਕਈ ਹੋਮੋਪੈਥੀ ਕੋਈ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਉਹ ਚੀਜ਼ਾਂ ਲਓ, ਗਰਮ ਪਾਣੀ ਪੀਓ ਦਿਨ ਵਿੱਚ 3-4 ਵਾਰ, ਗ੍ਰੀਨ ਟੀ ਜਿਹੜਾ ਦਾ, ਇਹ ਸਾਰੀ ਚੀਜ਼ਾਂ। ਔਰ ਹਾਈਜੀਨ ਆਪਣੀ ਬਿਲਕੁਲ ਠੀਕ ਰੱਖੋ। ਹਰ ਕਾਰਨਰ ਨੂੰ ਜਗ੍ਹਾ ਤੇ ਤੁਸੀਂ ਜਿਵੇਂ ਹੈਂਡਲਸ ਨੇ, ਇਹ ਚੀਜ਼ਾਂ ਨੇ, ਦੇਖੋ ਕਿੰਨੇ ਲੋਕ ਤੁਹਾਡੇ ਵਾਸਤੇ ਕੰਮ ਕਰਦੇ ਨੇ ਅੱਜ ਕੱਲ੍ਹ, ਜਿਵੇਂ ਸਬਜ਼ੀ ਲੈ ਕੇ ਆਏ ਉਹ ਲੈ ਕੇ ਤੁਸੀਂ ਸੇਮ ਹੈਂਡਲ ਬਾਰ-ਬਾਰ ਯੂਜ਼ ਕਰਦੇ ਹੋ। ਤੇ ਹੁਣ ਜਿਵੇਂ ਅਸੀਂ ਆਪਣੇ ਉਹਦੇ ਨਾਲ ਹੀ ਹੈਂਡਲ ਦੇ ਨਾਲ ਸੈਨੀਟਾਈਜ਼ਰ ਰੱਖਿਆ ਹੋਇਆ, ਡਿਸਇਨਫੈਕਟੈਂਟ ਰੱਖਿਆ ਹੈ, ਉੱਥੇ ਰੱਖਿਆ। ਸੈਨੀਟਾਈਜ਼ਰ ਨਾਲ ਆਪਣੇ ਜਦੋਂ ਅੰਦਰ ਵੜਦੇ ਹੋ ਤੇ ਹੱਥ ਸਾਫ਼ ਹੋਣੇ ਚਾਹੀਦੇ ਨੇ। ਡਿਸਇਨਫੈਕਟੈਂਟ ਦੇ ਨਾਲ ਤੁਹਾਡਾ ਉਹ ਜਿੰਨੇ ਵੀ ਤੁਹਾਡੇ ਨੋਬਸ ਨੇ, ਹੈਂਡਲਸ ਨੇ, ਉਹਨਾਂ ਨੂੰ ਕਲੀਨ ਕਰੋ। ਤੇ ਛੋਟੀਆਂ ਚੀਜ਼ਾਂ ਨੇ ਬਟ ਮੇਕਸ ਅ ਲੋਟ ਆਫ ਡਿਫਰੈਂਸ। ਲਾਕਡਾਊਨ ਤੋਂ ਪਹਿਲਾਂ ਦੀ ਗੱਲ ਕਰ ਲਈਏ, ਲਾਕਡਾਊਨ ਤੋਂ ਪਹਿਲਾਂ ਕਿਵੇਂ ਕਸਟਮਰ ਆਉਂਦਾ ਸੀਗਾ, ਕਿੰਨੇ ਕੁ ਕਸਟਮਰ ਦੀ ਰਨਿੰਗ ਸੀ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਵੀ ਲਾਕਡਾਊਨ ਤੋਂ ਪਹਿਲੇ ਤੇ ਅਸੀਂ ਤੇ ਸੀਜ਼ਨ ਤੇ ਬੰਦ ਕੀਤਾ। ਇਨਫੈਕਟ ਇੰਨੀਆਂ ਬੁਕਿੰਗ ਸੀਗੀਆਂ ਜਿਹੜੀਆਂ ਸਾਡੀਆਂ ਸਾਰੀਆਂ ਖਤਮ ਹੋ ਗਿਆ। ਤੁਹਾਨੂੰ ਪਤਾ ਮਾਰਚ ਵਿੱਚ NRI ਇੰਨਾ ਆਉਂਦਾ, ਉਹਨਾਂ ਦੀਆਂ ਇੰਨੀਆਂ ਬ੍ਰਾਈਡਲ ਸੀ, ਪਰ ਨੈਚੁਰਲੀ ਇਫ ਨਾਟ ਅਲਾਉਡ। ਦੇਖੋ ਅੱਜ ਦੀ ਡੇਟ ਵਿੱਚ ਅਗਰ ਤੁਸੀਂ ਚਾਹੋ ਤੇ ਤੁਸੀਂ ਲਾਸਟ ਕੀ ਕਰਦੇ ਸੀ ਉਹਦੇ ਨਾਲ ਤੁਸੀਂ ਨਹੀਂ ਕੰਪੇਅਰ ਕਰ ਸਕਦੇ। ਲਾਕਡਾਊਨ ਤੋਂ ਬਾਅਦ ਇੰਨੀਆਂ ਚੀਜ਼ਾਂ ਨਵੀਆਂ ਆਈਆਂ ਨੇ ਸੀ ਸਾਡੀ, ਚਾਹੇ ਪਾਰਲਰਸ ਵਾਲੇ। ਇਸ ਕਰਕੇ ਪੁੱਛ ਰਹੇ ਹਾਂ ਕਿ ਬਿਜ਼ਨਸ ਵਿੱਚ ਫਰਕ ਮੈਂ ਪਿਆ ਉਹੀ ਹੈ, ਕਹਿ ਰਹੀ ਹਾਂ, ਬਿਜ਼ਨਸ ਵਿੱਚ ਫਰਕ ਪਿਆ ਹੈ, ਬਿਲਕੁਲ ਆਰਥਿਕ ਸਥਿਤੀ ਵਿੱਚ ਫਰਕ। ਕਿਉਂਕਿ ਦੇਖੋ ਲੋਕਾਂ ਕੋਲ ਮਨੀ ਸਕ੍ਰੰਚ ਹੈ। ਜੇ ਸਾਡੇ ਬਿਜ਼ਨਸ ਨੂੰ ਇਫੈਕਟ ਹੋਇਆ ਤਾਂ ਹੋਰਾਂ ਦੇ ਸਭਦਿਆਂ ਨੂੰ ਹੋਇਆ। ਮਨੀ ਫਲੋ ਥੋੜਾ ਘੱਟ ਹੈ। ਹਾਲੇ ਲੋਕ ਡਰਦੇ ਨੇ ਆਪਣੀ ਐਸੈਂਸ਼ੀਅਲ ਚੀਜ਼ਾਂ ਵਾਸਤੇ, ਉਹਨੂੰ ਪ੍ਰੀਜ਼ਰਵ ਕਰਕੇ ਰੱਖਣਾ ਚਾਹੁੰਦੇ ਨੇ ਇਨਸਟੈਡ ਆਫ ਸਪੈਂਡਿੰਗ ਲਗਜ਼ਰੀ ਦੇ ਉੱਤੇ। ਐਂਡ ਅਸੀਂ ਵੀ ਡੋਂਟ ਮਾਈਂਡ, ਸਾਨੂੰ ਪਤਾ ਹੈ ਵੀ ਇਹ ਹਰ ਇੱਕ ਨੂੰ ਹੈ, ਥੋੜਾ ਜ਼ਰੂਰ ਕੱਟਿਆ ਹੈ। ਪਰ ਦੇਖੋ ਜਿਵੇਂ ਟਾਈਮ ਹੋਏਗਾ ਕੱਟੇਗਾ ਤੇ ਨੈਚੁਰਲੀ ਅਸੀਂ ਇਹ ਹੁਣ ਦੇਖਣਾ ਹੈ ਕਿ ਅੱਜ ਤੋਂ 15-20 ਦਿਨ ਬਾਅਦ, ਉਸ ਤੋਂ ਅਗਲੇ ਮਹੀਨੇ ਅਗਰ ਸਾਡਾ ਕਲਾਇੰਟ ਵੱਧ ਰਿਹਾ ਹੈ ਤਾਂ ਮੀਨਸ ਜੇ ਇਹ ਵੱਧ ਗਿਆ ਔਰ ਕੋਈ ਫਰਦਰ ਲੋਕਡਾਊਨ ਨਹੀਂ ਹੋਇਆ, ਕੋਈ ਪ੍ਰੋਬਲਮ ਨਹੀਂ ਆਈ, ਤੇ ਇਹ ਕੰਮ ਬੜਾ ਫਲਰਿਸ਼ ਹੋਏਗਾ, ਬਹੁਤ ਜ਼ਿਆਦਾ ਇਕਨੋਮੀ ਅੱਛੀ ਹੋ ਜਾਏਗੀ ਇੰਡੀਆ ਦੀ ਵੀ। ਪਰ ਅਗਰ ਕੋਈ ਫਰਦਰ ਲੋਕਡਾਊਨ ਆ ਜਾਂਦਾ ਹੈ, ਕੋਈ ਲੋਕ ਜ਼ਿਆਦਾ ਧਿਆਨ ਨਹੀਂ ਰੱਖਦੇ, ਫਿਰ ਹਾਲੇ ਐਟ ਦਿਸ ਮੂਮੈਂਟ ਅਸੀਂ ਕੁਝ ਪ੍ਰੈਡਿਕਟ ਨਹੀਂ ਕਰ ਸਕਦੇ। ਟੈਕਨੀਕਲ ਅਗਰ ਗੱਲ ਕਰੀਏ ਜਾਂ ਮੈਂ ਪ੍ਰੀਕਾਸ਼ਨ ਜਾਂ ਐਕਸਰਸਾਈਜ਼ ਦੀ ਗੱਲ ਕਰਾਂ ਤੇ ਇਹ ਕਿੰਨਾ ਕੁ ਜ਼ਰੂਰੀ ਹੈ? ਜਿਹੜਾ ਹੈ ਲਗਜ਼ਰੀ, ਲੇਕਿਨ ਤੁਹਾਡਾ ਆ ਕੇ ਇੱਥੇ ਕੰਮ ਕਰਾਉਣਾ ਬੋਡੀ ਨੂੰ ਕਿੰਨਾ ਕੁ ਰਿਲੀਫ ਦਿੰਦਾ ਹੈ, ਮਾਈਂਡ ਨੂੰ ਕਿੰਨਾ ਕੁ ਰਿਲੀਫ ਦਿੰਦਾ ਹੈ? ਇਹ ਅਗਰ ਆਪਾਂ ਇਸ ਦ੍ਰਿਸ਼ਟੀਕੋਣ, ਟੈਕਨੀਕਲ ਦ੍ਰਿਸ਼ਟੀਕੋਣ ਨਾਲ ਦੇਖੀਏ। ਮੈਂ ਇੰਡਸਟਰੀ ਨਾਲ ਦੇਖਾਂ ਤੇ ਦੇਖੋ, ਮੈਂ ਤੁਹਾਨੂੰ ਕਿਹਾ ਅਗਰ ਤੁਸੀਂ ਕਦੀ ਦੇਖੋ, ਅਗਰ ਤੁਸੀਂ ਅੱਛੇ ਲੱਗ ਰਹੇ ਹੋ ਨਾ, ਤੁਸੀਂ ਸ਼ੀਸ਼ਾ ਹੀ ਦੇਖਦੇ ਹੋ ਤੇ ਤੁਸੀਂ ਇੱਕ ਲੇਡੀ ਦੇ ਐਕਸਪ੍ਰੈਸ਼ਨ ਦੇਖੋਗੇ, ਇੱਕਦਮ ਚੇਂਜ ਹੋ ਜਾਂਦੇ ਨੇ, ਹੈ ਨਾ। ਉਹ ਆਪਣੇ ਉਹ ਅੰਦਰੋਂ ਲੱਗਦਾ ਖੁਸ਼ ਹੋ ਜਾਂਦੀ ਹੈ, ਕੌਨਫੀਡੈਂਸ ਆ ਜਾਂਦਾ ਹੈ। ਤੇ ਟੂ ਲੁੱਕ ਗੁੱਡ ਇਜ਼ ਵੈਰੀ ਇੰਪੋਰਟੈਂਟ। ਅਗਰ ਤੁਸੀਂ ਅੱਛੇ ਨਹੀਂ ਲੱਗ ਰਹੇ, ਕਿਉਂਕਿ ਲੇਡੀਜ਼ ਨੂੰ ਇਹ ਆਦਤ ਹੈ, ਅਗਰ ਤੁਸੀਂ ਅੱਛੇ ਨਹੀਂ ਲੱਗਦੇ, ਤੁਹਾਡੀ ਪੂਰੀ ਜ਼ਿੰਦਗੀ, ਘਰ ਦੀ ਜ਼ਿੰਦਗੀ ਤੇ ਵੀ, ਸੋਸ਼ਲ ਵਿੱਚ ਵੀ, ਸਭ ਵਿੱਚ ਇਫੈਕਟ ਪੈਂਦਾ ਹੈ। ਤੁਸੀਂ ਦੇਖੋ, ਮੈਂ ਦੇਖਣੀ ਹੈ, ਕਈ ਵਾਰ ਮੈਂ ਦੇਖਿਆ ਕਈ ਇਹੋ ਜਿਹੇ ਗਰੁੱਪਸ ਬਣੇ ਹੋਏ ਨੇ ਜਿੱਥੇ ਉਹ ਹਰ 15 ਦਿਨ ਬਾਅਦ ਲੇਡੀਜ਼ ਨੂੰ ਕਹਿੰਦੇ ਨੇ ਅੱਜ ਤੁਸੀਂ ਇਸ ਤਰ੍ਹਾਂ ਤਿਆਰ ਹੋ ਕੇ ਫੋਟੋ ਖਿਚਾਣੀ ਹੈ। ਉਹ ਫੋਟੋ ਕੋਈ ਮਾਇਨਾ ਨਹੀਂ ਰੱਖਦੀ, ਪਰ ਉਹ ਉਹਨਾਂ ਦੇ ਮਾਈਂਡ ਨੂੰ ਰਿਲੈਕਸ ਕਰਨ ਵਾਸਤੇ, ਪੁਸ਼ਅਪ ਕਰਨ ਵਾਸਤੇ ਕਿ ਅਸੀਂ, ਕਿਉਂਕਿ ਕਿੰਨੀ ਦੇਰ ਤੋਂ ਥਰੈਡਿੰਗ ਨਹੀਂ ਹੋਈ, ਕਟਿੰਗ ਠੀਕ ਤਰ੍ਹਾਂ ਨਹੀਂ ਹੋਏ, ਇਹ ਚੀਜ਼ਾਂ ਨਹੀਂ ਹੋਈਆਂ, ਤੇ ਉਹਨਾਂ ਦੇ ਵਿੱਚ ਇੱਕ ਥੋੜਾ ਜਿਹਾ ਇੱਕ ਫੀਲਿੰਗ ਆ ਗਈ ਸੀ ਅਸੀਂ ਕਿਵੇਂ ਹੋ ਗਏ ਆ। ਅਹਿਮ ਹਿੱਸਾ ਹੈ ਜ਼ਿੰਦਗੀ ਦਾ। ਕਹਿਣ ਦਾ ਮਤਲਬ ਹੈ ਕਿ ਸੈਲੂਨ 'ਚ ਅਗਰ ਆਉਂਦੇ ਆ, ਸਿਰਫ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕਟਿੰਗ ਕੁਟਿੰਗ ਜਾਂ ਕਰਾਉਣ। ਮੈਂਟਲੀ ਅਗਰ ਪ੍ਰਿਪੇਅਰ ਹੋਣਾ ਹੈ, ਜੇ ਅਗਰ ਅਸੀਂ ਸੋਹਣੇ ਦਿਖਾਂਗੇ ਤੇ ਕੌਨਫੀਡੈਂਸ ਲੈਵਲ ਤਾਂ ਵਧੂਗਾ ਹੀ ਵਧੂਗਾ, ਸਾਹਮਣੇ ਵਾਲਾ ਬੰਦਾ ਅਟਰੈਕਟ ਹੋਊਗਾ। ਇਹ ਪਾਰਟ ਆਫ ਲਾਈਫ ਬਣ ਗਿਆ। ਇਜ਼ੀਲੀ ਤੁਸੀਂ ਕਿਸੇ ਨੂੰ ਗੱਲ ਸਮਝਾ ਸਕਦੇ ਹੋ। ਅਗਰ ਤੁਸੀਂ ਸਮਾਰਟ ਹੋ, ਤੁਸੀਂ ਸੋਹਣੇ ਹੋ, ਜਦੋਂ ਤੁਸੀਂ ਸਾਹਮਣੇ ਵਾਲੇ ਨਾਲ ਗੱਲ ਕਰੋਗੇ, ਕੌਨਫੀਡੈਂਸ ਆਉਂਦਾ। ਹਾਂਜੀ, ਤੁਹਾਡੀ ਗੱਲ ਨੂੰ ਤੁਸੀਂ ਕੋਈ ਵੀ ਅੱਛੀ ਗੱਲ ਉਹਨੂੰ ਸਮਝਾਉਣਾ ਚਾਹੋ, ਇਜ਼ੀਲੀ ਸਮਝਾ। ਹਾਂ, ਕੌਨਫੀਡੈਂਸ ਬਹੁਤ ਬੂਸਟ ਹੋ ਜਾਂਦਾ ਤੁਹਾਡਾ ਇਫ ਯੂ ਲੁੱਕ ਗੁੱਡ, ਹੈ ਨਾ। ਬੜੀ ਅੱਛੀ ਗੱਲ ਹੈ ਜੀ। ਸੈਲੂਨ ਦਾ ਮਤਲਬ ਇਹ ਨਹੀਂ ਕਿ ਆਪਾਂ ਵਾਲ ਹੀ ਕਟਾਣੇ ਨੇ। ਸੈਲੂਨ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਜਿਹੜੀ ਥੋੜਾ ਜਿਹਾ ਮਹਿੰਗਾ ਜ਼ਰੂਰ, ਲੇਕਿਨ ਜਿਹੜੀ ਜ਼ਿੰਦਗੀ ਚੱਲ ਰਹੀ ਹੈ, ਕਦੇ ਕਦੇ ਕੀ ਹੁੰਦਾ ਕਿ ਇਨਸਾਨ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਦਾ ਹੈ ਤੇ ਨੈਗੇਟਿਵ ਥਾਟ ਆਉਣ ਲੱਗਦੇ ਨੇ। ਦੋਸਤੋ ਸਾਡੇ ਨਾਲ ਸਕਿਨ ਡਾਕਟਰ ਜੁੜ ਚੁੱਕੇ ਨੇ, ਥੋੜਾ ਜਿਹਾ ਦੱਸਣਗੇ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਜਦੋਂ ਹੁਣ ਦੁਬਾਰਾ ਖੁੱਲਿਆ ਤੇ ਉਹ ਮੈਨੇਜ ਕਰ ਰਹੇ ਨੇ। ਪਹਿਲਾਂ ਦੱਸੋ ਕੀ ਨਾਮ है? माई सेल्फ डॉक्टर मोनिका। क्या कहना चाहोगे आप, जैसे किस किस चीज़ को आप मैनेज करते हो और किस किस प्रिकॉशन का आप ज़्यादा ध्यान रखते हो? हम लोग जितने भी प्रोसीजर्स करते हैं, एस्थेटिक प्रोसीजर्स हैं, और यहाँ पे इतना वेल मैनेज है सारा सिस्टम एंड ऑल, मतलब हर चीज़ को बड़ा प्रिकॉशंस के साथ हम लोग करते हैं ताकि जो क्लाइंट है वो भी सेफ्टी पॉइंट ऑफ व्यू से रहे और हम भी सेफ रहें। एक एक जो हमारे गैजेट्स हैं उन सबको जो है स्टरलाइज करते हैं, जितनी भी चीज़ें हैं, इवन कि क्लाइंट जैसे ही एंटर करता है, हम एंटर करते ही उनको जो है
उनकी सारी चीज़ें उनको हैंड ओवर करते हैं और ये सारी डिस्पोजेबल है, एक क्लाइंट को एक ही यूज़ की जाती है, उसके बाद हम इसको थ्रो कर देते हैं। मतलब पूरे प्रिकॉशंस के साथ हम लोग हर चीज़ जो है यूजेस में लेके आते हैं। सारे प्रोसीजर्स में भी हम लोग अपने रिक्लाइनर्स, अपने गैजेट्स, अपने हर चीज़ को जो है प्रॉपरली स्टरलाइज करते हैं ताकि जो है हम लोग पूरा क्योर होके जो इस चीज़ को आगे बढ़ा पाए। प्रिकॉशन की बात हो गई, आपका क्या काम है? आपके पास अगर कोई क्लाइंट आता है तो आप उसको इस प्रिकॉशन के साथ साथ क्या चीज़ें और इस प्रिकॉशंस के साथ हमारे जितने भी प्रोसीजर्स होते हैं तो आई हैव हैंडलिंग ऑल द प्रोसीजर्स, और उस प्रोसीजर्स के अंदर जितने भी हमारी चीज़ें हम लोग यूज़ करते हैं, जितने भी गैजेट्स हम लोग यूज़ करते हैं, वो सारे गैजेट्स को हम लोग मतलब जो अगर हमारी इंजेक्टेबल चीज़ें हैं या हमारे रेजर्स हैं, हेयर रिडक्शंस हैं, जितने भी प्रोसीजर्स होते हैं वो एक क्लाइंट को एक ही यूज़ होती है, उसके बाद हम उसको थ्रो कर देते हैं। आप क्रीम वगैरह भी यूज़ करते हो, जो ये जैसे या क्रीम या लिक्विड वगैरह बॉडी में लगाने के लिए, सफाई करने के लिए, ऐसी कोई चीज़ें यूज़ होती हैं? हम लोग सिंगल किट ही यूज़ करते हैं, एक क्लाइंट के ऊपर एक ही किट जो है वो यूजेस में लेके आते हैं, सेकंड पे वो यूज़ नहीं होती। यूज़ नहीं होती है जो क्रीम वगैरह या कुछ कोई लिक्विड जब बॉडी में यूज़ करते हो आप मुंह धोने के लिए, स्किन में जैसे लगाने के लिए जो चीज़ें। देखो स्किन में आजकल, पहले तो हमारे ना एक आती थी किट्स आती थी जिसमें से 50 फेशियल्स हो जाते हैं, 60 फेशियल, तो उसमें क्या होता है एवरी टाइम यू हैव टू डिप। देखो हम बड़ा अपने बच्चों को समझाते हैं पर इतनी केयर करना बड़ी मुश्किल होती है कि हम अंदर जाके चेक करें कि उन्होंने कोई दोबारा स्पैचुला तो उसमें नहीं डाला, रीयूज़ तो नहीं किया। अब हम ये रिस्क नहीं ले सकते, अब हम सिर्फ मोनोडोज यूज़ करते हैं। मोनोडोज होती है कि एक फेशियल की पूरी, उसमें क्रीम भी है, क्लिनजर भी है, मास्क भी है, जो आपके लगती हैं सीरम्स भी हैं, एवरीथिंग, पील्स, जो भी यूज़ करना था, इट इज़ जस्ट वन किट। उस किट को खोलते हैं, उसी टाइम वही यूज़ करते हैं एंड ख़त्म। ताकि हम ये आजकल हमने बिल्कुल वो वाले जार्स को बिल्कुल नीचे से उठा ही लिया है, क्योंकि हमें नहीं पता चलता हम सबको कैसे इतना चेक करें, ताकि कल को कुछ ये हो ही ना हो, कोई दोबारा डिप भी ना करे। तो सिंगल यूज़ एवरीथिंग, पेडिक्योर कराते हैं सिंगल यूज़, मोनोडोज हम यूज़ करते हैं, ताकि हमने वो किया। जितने भी हमारे नेल फाइल हैं ये सब हमने डिस्पोजेबल रख लिए हैं, ताकि एक टाइम यूज़ करके कोई भी चीज़, जैसे कहते हैं ना रफ सरफेस वाली, है ना, रफ सरफेस जिसमें छेद होता है, तो उसमें क्या होता है कि अगर नेल भी आपने बफ किया, ये किया, तो वो डिसइंफेक्ट नहीं होता है, वो बड़ी देर आप कितना भी लगा लो वो अंदर तक चला जाता है, काफ़ी देर रहता है। तो वो रिस्क हम नहीं बिल्कुल भी ले सकते। जो चीज़ यूज़ करते हो उसकी क्वालिटी अगर बात करें तो किस क्वालिटी, क्या लेवल होता है? देखो जब जैसे मैंने डिस्पोजेबल किया, जहाँ तो स्किन का है तो इस वेरी गुड क्वालिटी। इनफैक्ट सिंगल डोज में ये फ़र्क हो जाता है। कई बार देखो कई बच्चे हैं, कई बार सीरम लगाना होता है, अगर हमें 2 ml, तो वो अगर 1 ml लगाएंगे तो उतना वो नहीं आएगा, पर एक किट में स्पेसिफिकली एक फेस में कितना लगता है, ये 5 ml, ये 6 ml, ये 2 ml, वो चीज़ें उसमें उतनी हैं, तो परफेक्शन ज़्यादा हो जाती है। एंड जैसे इस पेडिक्योर की बात की, तो जैसे जो हमारे ये स्टील के भी आते हैं बफर्स, ये आपके फाइल, ये पर मैंने जैसे आपको बताया जितनी पोरस चीज़ होती है डिसइंफेक्ट मुश्किल होती है, तो ये आपको वुडन स्टिक के बने हुए आते हैं। वन टाइम यूज़ करो, एक लाइन पर यूज़ करो, दे आर नॉट वेरी एक्सपेंसिव। यूज़ करके उसी टाइम थ्रो कर दो उसमें, क्योंकि किसी भी पोरस चीज़ पे जो बैक्टीरिया है वो ज़्यादा देर टिकता है, उसका हम रिस्क नहीं ले सकते। तो जितनी भी पोरस चीज़ें हैं हमारे नेल आर्ट में, हम नेल एक्सटेंशन करते हैं, ये इन चीज़ों का हमने थोड़ी सी कॉस्ट ज़रूर बढ़ जाती है हमें थोड़ी, पर किसके लिए, सेफ्टी के लिए वो कॉस्ट कुछ भी नहीं है। मतलब सेफ्टी इज़ मोर इम्पॉर्टेंट। अ लिटिल हेयर एंड देयर, थोड़े प्रॉफिट्स कम हो जाएंगे, थोड़ी एज ए बिजनेस पॉइंट ऑफ व्यू से अगर मैं कंपेयर करूँ तो लुधियाना में और भी सैलून है, हाँ जी। और भी कंपनियों के सैलून है, कैसे समझते हो, कैसे हम कह दें कि हम ग्रेस में ही आए, कोई खास एक्स्ट्रा जो एक चीज़ इंसान को फीलिंग देती हो कि नहीं यार, थोड़ा महंगा जरूर हो सकता है, हाँ। लेकिन क्वालिटी वाइज यहाँ एक चीज़ मैं आपको बताती हूँ, जहाँ छोटे पार्लर तो डिस्टेंस इतना नहीं रखा जा सकता। एक क्लाइंट एक बार आएगा तो वो अपने एक्सपेंस नहीं पूरे कर सकते। हम बोले एक क्लाइंट 2 क्लाइंट चले जाएं तो दूसरा आएगा, तो वहाँ थोड़ा मुश्किल होता है। एक छोटी जगह में सोशल डिस्टेंस इतना है। जितने बड़े पार्लर हम नहीं, देखो हर एक कोई अपना कर रहे हैं, पर एक चीज़ है कि हम लोग जो हैं, कईयों ने लिया हुआ है, वो खुद एक्टिव मेंबर्स नहीं हैं, वो दे आर रनिंग द वो चीज़ें। हम लोग पूरी फैमिली इज़ इन्वॉल्व ओनली इन दिस बिजनेस, हमारा और नो सेकंड बिजनेस। वी गेट, सवेरे उठते हैं, खाते हैं, पीते हैं, रात के सोने तक वी हैव ओनली जस्ट वन टॉपिक,
एंड टाइम टू टाइम, अभी जैसे मैं, मेरा बेटा यहाँ, मेरे हस्बैंड गए हैं और पार्लर्स के चक्कर लगाने, देखने की वो सैनिटाइजेशन, ये तो थोड़ा सा कहीं मैं ये सोचती हूँ कि ये हमारा प्लस पॉइंट है कि इस फैमिली बिजनेस पूरा टाइम हम और लोगों की बजाय कि इट्स नॉट कि हम अपने किसी दूसरे बिजनेस में चले गए हैं या हम अपना और काटते हैं, तो ये हमने सब पे छोड़ा हुआ है। ऑफ कोर्स वी आर वेरी गुड पीपल, सारे बड़े अच्छा काम करते हैं, पर आपको पता है जब तक एक बॉस ऊपर आके चेक का किसी को डर रहता है तो वो उसकी हमेशा क्या होता है कि क्वालिटी अच्छी हो जाती है उस चीज़ की। थैंक यू जी। कहीं ना कहीं हमने आपको ग्रेस सैलून का पूरा जो भी विवरण था बहुत अच्छी तरह दिया, और हमने अंदर से देखा भी, नीचे जाके भी देखा, इनके वन रूम्स और जो भी काम करने के तरीके को देखा, इन्होंने जो प्रिकॉशन फॉलो किया है उसको भी समझने की कोशिश की और समझा। हमारे माध्यम से आप भी देख रहे हो, अगर आपको लगता है कि कोई क्वेश्चन हमसे रह गया हो तो आप हमारे नीचे दिए नंबरों और मेल आईडी पे हमें संपर्क कर सकते हो। जब अगली बार हम किसी दूसरे के पास विजिट करें तो वो प्रश्न आपका लेके जाएंगे, जो आपके दिल में ऐसी कोई बात हो लेके जाएंगे। दोस्तों, कैमरामैन जग्गे के साथ मैं रविंदर सरान, नाउ हिंदुस्तान, लुधियाना से।